ਕਮਰ ਮੰਜ਼ਲ ਜੀ ਤੇ ਨਾਲ ਦੀ ਨਾਲ ਰਜਿੰਦਰ ਮਹਿੰਦਰੂ ਜੀ, ਦੋਨਾਂ ਦਾ ਹਾਰਦਿਕ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਗੱਲਬਾਤ ਦਾ ਦੌਰ ਸ਼ੁਰੂ ਕਰਦੇ ਹਾਂ ਤੇ ਬੜੇ ਪਿਛਲੇ ਕੁਝ ਦਿਨਾਂ ਤੋਂ ਇੱਕ ਬੀਬੀ ਬੜੀ ਚਰਚਾ ਵਿੱਚ ਹੈ, ਜਿਹੜੀ ਕਹਿੰਦੇ ਪਾਕਿਸਤਾਨ ਤੋਂ ਆਪਣੇ 4 ਬੱਚਿਆਂ ਸਮੇਤ ਆ ਗਈ ਹੈ ਭਾਰਤ ਦੇ ਵਿੱਚ। ਦੱਸਿਆ ਇਹ ਜਾ ਰਿਹਾ ਕਿ ਉਹਨੂੰ ਆਨਲਾਈਨ ਗੇਮ ਖੇਡਦੀ ਨੂੰ ਪਿਆਰ ਹੋ ਗਿਆ ਇੱਕ ਨੌਜਵਾਨ ਦੇ ਨਾਲ, ਜਿਹੜਾ ਕਿ ਇੰਡੀਆ ਦੇ ਵਿੱਚ ਰਹਿੰਦਾ ਸੀ, ਬਿਲਕੁਲ ਦਿੱਲੀ NCR ਦੇ ਖੇਤਰ ਵਿੱਚ ਰਹਿਣ ਵਾਲੇ ਨੌਜਵਾਨ ਸੀ, ਜਿਹਦੇ ਨਾਲ ਉਹਨੂੰ ਪਿਆਰ ਪੈ ਜਾਂਦਾ। ਤੇ ਗੱਲ ਉਹਨਾਂ ਦੀ ਆਨਲਾਈਨ ਚੱਲਦੀ ਰਹਿੰਦੀ ਹੈ ਤੇ ਚੱਲਦੀ ਗੱਲ ਦੇ ਵਿੱਚ ਪਿਛਲੇ ਮਈ ਮਹੀਨੇ ਦੇ ਵਿੱਚ ਉਹ 2 ਨੰਬਰ ਦੇ ਵਿੱਚ ਉਹ ਬੀਬੀ ਜਿਹੜੀ ਆ ਉਹ ਘੁੰਮ ਘੁਮਾ ਕੇ, ਹੁਣ ਤਾਂ ਜਿਹੜੇ ਨਵੇਂ ਖੁਲਾਸੇ ਹੋਏ ਉਹ ਦੱਸਦੇ ਨੇ ਕਿ ਜੀ ਉਹ ਘੁੰਮ ਕੇ ਸ਼ਾਇਦ ਦੁਬਈ ਵਾਲੇ ਮਾਰਗ ਤੋਂ ਤੇ ਨੇਪਾਲ ਵਾਲੇ ਮਾਰਗ ਤੋਂ ਕਈ ਪਾਸੇ ਘੁੰਮ ਕੇ ਆਉਂਦੀ ਆ, ਔਰ ਕਈ ਫੋਨ ਵੀ ਤੋੜੇ ਆ ਉਹਨੇ ਆਪਣੇ, ਤੇ ਵਿੱਚ ਕਈ ਸਿਮ ਵੀ ਤੋੜੇ ਆ। ਇੱਕ ਚੀਜ਼ ਜਿਹੜੀ ਵਰਤੋਂ ਕਰ ਲਈ ਦੁਬਾਰਾ ਉਹਨੇ ਨਹੀਂ ਵਰਤੋਂ ਕੀਤੀ। ਹੁਣ ਸੀਮਾ ਹੈਦਰ ਜੀ ਪਹੁੰਚਦੇ ਆ, ਜਦੋਂ ਉਹ 1 ਮਹੀਨਾ 1.5 ਮਹੀਨਾ ਰਹਿਣ ਤੋਂ ਬਾਅਦ ਪਹੁੰਚਦੇ ਆ ਅਦਾਲਤ ਵਿੱਚ ਕਿ ਹੁਣ ਅਸੀਂ ਸ਼ਾਦੀ ਕਰਵਾ ਲੈਣੀ ਹੈ, ਤੇ ਉਸ ਵਕਤ ਕਹਿੰਦੇ ਜੀ ਜਿਹੜੇ ਉੱਥੇ ਵਕੀਲ ਨੇ ਜਿਨ੍ਹਾਂ ਨੇ ਸ਼ਾਦੀ ਕਰਵਾਉਣੀ, ਕਿਤੇ ਨਾ ਕਿਤੇ ਕਾਨੂੰਨ ਨਾਲ ਜੁੜੇ, ਸਿਸਟਮ ਨਾਲ ਜੁੜੇ ਨੇ, ਉਹਨਾਂ ਨੂੰ ਇਹ ਗੱਲ ਜ਼ਰੂਰ ਸਮਝ ਆ ਗਈ ਕਿ ਇਸ ਦੇ ਵਿੱਚ ਦਾਲ ਦੇ ਵਿੱਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ। ਤੇ ਗੱਲ ਪੁਲਿਸ ਤੱਕ ਪਹੁੰਚਦੀ ਹੈ, ਪੁਲਿਸ ਜਿਹੜੀ ਆ ਉਹ ਜਾਂਚ ਸ਼ੁਰੂ ਕਰਦੀ ਹੈ, ਤੇ ਦੂਜੇ ਪਾਸੇ ਮੀਡੀਆ ਦੇ ਕੰਨਾਂ ਕੰਨ ਖਬਰ ਹੋ ਜਾਂਦੀ ਤੇ ਮੀਡੀਆ ਦੇ ਵਿੱਚ ਸਟਾਰ ਬਣ ਜਾਂਦੇ ਨੇ ਦੋਨੇ। ਪਿਛਲੇ ਕੁਝ ਦਿਨਾਂ ਤੋਂ ਸਚਿਨ ਤੇ ਸੀਮਾ ਪ੍ਰੇਮ ਕਹਾਣੀ ਵਜੋਂ ਪੇਸ਼ ਕੀਤਾ ਜਾ ਰਿਹਾ, ਇਤਿਹਾਸਕ ਕਹਾਣੀ ਵਜੋਂ ਪੇਸ਼ ਕੀਤਾ ਜਾ ਰਿਹਾ, ਤੇ ਇਹਦੇ ਉੱਤੇ ਪਾਕਿਸਤਾਨ 'ਚ ਬੈਠੇ ਜਿਹੜੇ ਅੱਤਵਾਦੀ ਕਿਸਮ ਦੇ ਲੋਕ ਨੇ ਜਾਂ ਉੱਥੇ ਦੇ ਕੁਝ ਡਕੈਤ ਨੇ, ਉਹ ਵੀ ਇੱਥੇ ਚੇਤਾਵਨੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਭਾਰਤ ਸਰਕਾਰ ਨੂੰ ਕਿ ਸੀਮਾ ਨੂੰ ਵਾਪਸ ਭੇਜ ਦਿਓ, ਨਹੀਂ ਤਾਂ ਅਸੀਂ ਬਹੁਤ ਬੁਰਾ ਹਾਸ਼ਰ ਕਰਾਂਗੇ। ਤੇ ਦੂਜੇ ਪਾਸੇ ਸੀਮਾ ਜਿਹੜੀ ਉਹ ਵੀ ਇਹੀ ਗੱਲ ਕਹਿੰਦੀ ਹੈ ਕਿ ਲਓ ਜੀ ਮੈਨੂੰ ਤੇ ਵਾਪਸ ਗਈ ਨੂੰ ਇਹਨਾਂ ਨੇ ਮਾਰ ਦੇਣਾ, ਹਿੰਦੁਸਤਾਨ ਦਾ ਬੜਾ ਵਧੀਆ ਮੁਲਕ ਹੈ, ਇੱਥੇ ਤੇ ਪਿਆਰ ਬੜਾ ਮਿਲਦਾ, ਮੈਨੂੰ ਇੱਥੇ ਪਿਆਰ ਮਿਲਦਾ, ਮੈਂ ਇਹਨੂੰ ਛੱਡ ਕੇ ਨਹੀਂ ਜਾਣਾ, ਮੈਨੂੰ ਇੱਥੋਂ ਦੀ ਜਿਹੜੀ ਨਾਗਰਿਕਤਾ ਉਹ ਪ੍ਰਦਾਨ ਕਰਤੀ ਜਾਵੇ, ਮੈਂ ਆਪਣੀ ਜ਼ਿੰਦਗੀ ਇੱਥੇ ਸਚਿਨ ਦੇ ਨਾਲ ਜੀਣਾ ਚਾਹੁੰਦੀ। ਗੱਲ ਵੱਧਦੀ ਕਹਿੰਦੇ ਇਹਦੇ ਵਿੱਚ ਸ਼ੱਕ ਹੋਣਾ ਸ਼ੁਰੂ ਹੋ ਗਿਆ ਜਦੋਂ ਸਾਡੀਆਂ ਏਜੰਸੀਆਂ ਨੇ ਉਹਨਾਂ ਦੇ ਆਉਣ ਦੇ ਤਰੀਕੇ ਉੱਤੇ ਬੀਬੀ ਨੂੰ ਜਾਂਚ ਦੇ ਘੇਰੇ 'ਚ ਲਿਆ, ਤੇ ਗੱਲਾਂ ਜਿਹੜੀਆਂ ਤੰਦ ਜਿਹੜੀ ਆ ਸੁਲਝਣ ਦੀ ਥਾਂ ਤੇ ਹੋਰ ਉਲਝਦੀ ਨਜ਼ਰ ਆ ਰਹੀ ਹੈ। ਤੇ ਹੁਣ ਤਾਂ ਕਹਿੰਦੇ ATS UP ਨੇ, ਐਂਟੀ ਟੈਰਰਿਸਟ ਰਿਕੁਆਇਰਡ, ਉਹਨਾਂ ਨੇ ਵੀ ਜਿਹੜੇ ਆ ਇਹਦੀ ਜਾਂਚ ਜਿਹੜੀ ਸ਼ੁਰੂ ਕੀਤੀ ਹੈ। ਤੇ ਸੰਪਰਕ ਟੁੱਟ ਗਿਆ ਲੱਗਦਾ ਸੰਧੂ ਸਾਹਿਬ ਦਾ, ਬਟ ਇਹ ਮਹਿੰਦਰੂ ਜੀ ਬੜਾ ਚਿੰਤਾ ਦਾ ਵਿਸ਼ੇ ਹੈ, ਔਰ ਇਹ ਪੂਰੀ ਗਹਿਰਾਈ ਨਾਲ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ। ਜਾਣਨਾ ਜ਼ਰੂਰੀ ਹੋ ਗਿਆ ਕਿ ਆਖਰ ਉਹ ਬੀਬੀ ਜਿਹੜੀ ਉਹਦੇ ਪਿੱਛੇ ਕੌਣ ਹੈ, ਕਿਉਂਕਿ ਕਹਿੰਦੀ ਮੈਂ 5 ਜਮਾਤਾਂ ਪਾਸ ਆ, 5 ਜਮਾਤਾਂ ਪਾਸ ਬੀਬੀ ਹੈ, ਤੇ ਜਦੋਂ ਉਹ ਅੰਗਰੇਜ਼ੀ ਬੋਲਦੀ ਹੈ ਤੇ ਮੈਨੂੰ ਲੱਗਦਾ ਸਾਡੇ ਜਿਹੜੇ MA PhD ਕੀਤੇ ਉਹ ਵੀ ਅੰਗਰੇਜ਼ੀ ਉਦਾਂ ਨਹੀਂ ਬੋਲਦੇ, ਤੇ ਜਦੋਂ ਲਿਖੀ ਹੋਈ ਅੰਗਰੇਜ਼ੀ ਨੂੰ ਦਿੱਤੀ ਜਾਂਦੀ ਹੈ ਤਾਂ ਵੀ ਉਹਦੀ ਜਿਹੜੀ ਆ ਬੋਲਣ ਦੀ ਜਿਹੜੀ ਸਮਰੱਥਾ ਬਹੁਤ ਜ਼ਿਆਦਾ ਜਿਹੜੀ ਆ ਤੇਜ਼ ਆ। ਤੇ ਸਾਡੇ ਵਰਗੇ ਜਿਹੜੇ ਕਹਿੰਦੇ ਜੀ ਅਸੀਂ ਗ੍ਰੈਜੂਏਸ਼ਨ ਕਰਕੇ ਜਾਂ MA ਕਰਕੇ ਵੀ ਸਾਡੀ ਜਿਹੜੀ ਅੰਗਰੇਜ਼ੀ ਸਾਡਾ ਝਾਕਾ ਰਹਿੰਦਾ, ਤੇ ਇਹ ਵੀ ਸ਼ੱਕ ਪੈਦਾ ਕੀਤਾ ਜਾ ਰਿਹਾ ਕਿ ਕਿਤੇ ਨਾ ਕਿਤੇ ਇਹ ਕਿਸੇ ਟ੍ਰੇਨਿੰਗ ਦੇ ਵਿੱਚੋਂ ਲੰਘ ਕੇ ਆਈ ਹੋਈ ਬੀਬੀ ਹੈ, ਇਹ ਸਧਾਰਨ ਬੀਬੀ ਨਹੀਂ ਹੈ, ਇਹ ਕਿਸੇ ਯੋਜਨਾ ਨਾਲ ਆਈ ਹੈ। ਤੇ ਜੇ ਉਹਨੂੰ ਕੱਲਾ ਪ੍ਰੇਮ ਹੀ ਹੋਇਆ ਹੁੰਦਾ ਤੇ 4 ਬੱਚੇ ਲੈ ਕੇ ਨਹੀਂ ਸੀ ਉਹਨੇ ਆਉਣਾ। ਜਾਂਚ ਤੇ ਇੱਥੋਂ ਤੱਕ ਗੱਲ ਪਹੁੰਚ ਰਹੀ ਹੈ ਕਿ ਬੱਚਿਆਂ ਦੀ ਵੀ ਜਾਂਚ ਕੀਤੀ ਜਾਵੇ ਤੇ ਉਹਦੇ ਬੱਚੇ ਆਪਣੇ ਹੈਗੇ ਵੀ ਆ ਕਿ ਨਹੀਂ ਹੈਗੇ। ਸੋ ਕਿੱਧਰ ਨੂੰ ਗੱਲ ਜਾਂਦੀ ਹੈ ਮਹਿੰਦਰੂ ਜੀ, ਕਿਵੇਂ ਦੇਖਦੇ ਹੋ? ਸੰਧੂ ਸਾਹਿਬ, ਇਹ ਮਸਲਾ ਇੱਕ ਗੰਭੀਰ ਮਸਲਾ ਆ, ਇਹ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਸਲਾ ਆ, ਇਹ ਖਾਲੀ ਪਿਆਰ ਦਾ ਮਸਲਾ ਨਹੀਂ ਹੈ। ਔਰ ਜੇ ਗੱਲ ਕਰੀਏ ਪਿਆਰ ਦੀ ਤਾਂ ਇਹ ਕਿਹੜਾ ਪਿਆਰ ਹੈ ਕਿ ਜਿਸ ਪਤੀ ਤੋਂ ਉਹਦੇ 4 ਬੱਚੇ ਹੋਏ ਉਸ ਪਤੀ ਨੂੰ ਉਹ ਛੱਡ ਕੇ ਆ ਗਈ, ਜਿਸ ਦੇਸ਼ ਦੇ ਵਿੱਚ ਉਹ ਇੰਨੀ ਵਧੀਆ ਲਿਆਕਤ ਨਾਲ ਪੜ੍ਹੀ, 5 ਜਮਾਤਾਂ ਪੜ੍ਹ ਕੇ BA MA ਦਾ ਮੁਕਾਬਲਾ ਕਰਨ ਜੋਗੀ ਹੋ ਗਈ, ਜਿਸ ਦੇਸ਼ ਨੂੰ ਇਹ ਮੰਨਿਆ ਜਾਂਦਾ ਕਿ ਉਹ ਪਿਛੜਿਆ ਹੋਇਆ ਦੇਸ਼ ਹੈ, ਤੇ ਉਹ ਬੀਬੀ ਜਿਹੜੀ ਹੈ ਉਹ ਕੋਈ ਸਧਾਰਨ ਬੀਬੀ ਨਹੀਂ ਹੈ। ਇਹ ਗੱਲ ਤੁਹਾਡੀ ਨਾਲ ਮੈਂ ਬਿਲਕੁਲ ਸਹਿਮਤ ਹਾਂ। ਤੇ ਇਹ ਜਾਂਚ ਦਾ ਵਿਸ਼ਾ ਇਸ ਲਈ ਹੈ, ਸੁਰੱਖਿਆ ਦਾ ਵਿਸ਼ਾ ਇਸ ਲਈ ਹੈ ਕਿਉਂਕਿ 4 ਬੱਚਿਆਂ ਨੂੰ ਲੈ ਕੇ ਆਉਣ ਦਾ ਜਿਹੜਾ ਮਕਸਦ ਹੈ, ਔਰ ਇੱਕ 5 ਜਮਾਤਾਂ ਪੜ੍ਹਿਆ ਬੰਦਾ
ਉਹ ਇੰਨਾ ਚੁਸਤ ਚਲਾਕ ਨਹੀਂ ਹੋ ਸਕਦਾ ਕਿ ਉਹ ਦੂਸਰੇ ਰਸਤੇ ਅਪਣਾ ਕੇ ਇਨਲੀਗਲ ਤਰੀਕੇ ਦੇ ਨਾਲ ਜਿਹੜਾ ਹਿੰਦੁਸਤਾਨ ਦੇ ਵਿੱਚ ਦਾਖਲ ਹੋ ਗਈ, ਔਰ ਉਹ ਵੀ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਵਿੱਚ। ਸੋ ਉਸ ਤੋਂ ਬਾਅਦ ਦਿੱਲੀ, ਯੂਪੀ ਆਲੇ ਦੁਆਲੇ ਉਹਨੇ ਆਪਣਾ ਨੈਟਵਰਕ ਬਣਾਉਣ ਦਾ ਕੋਸ਼ਿਸ਼ ਕੀਤੀ। ਖਬਰਾਂ ਦੇ ਵਿੱਚ ਇਹ ਵੀ ਸਾਹਮਣੇ ਆ ਰਿਹਾ ਕਿ ਉਹਨੇ ਕੱਲਾ ਸਚਿਨ ਦੇ ਨਾਲ ਜਿਹੜੀਆਂ ਪਿਆਰ ਭਰੀਆਂ ਗੱਲਾਂ ਨਹੀਂ ਕੀਤੀਆਂ, ਉਹਨੇ NCR ਇਲਾਕੇ ਦੇ ਹੋਰ ਵੀ ਕਈ ਲੜਕਿਆਂ ਦੇ ਨਾਲ ਜਿਹੜੀਆਂ ਪਿਆਰ ਭਰੀਆਂ ਗੱਲਾਂ ਕੀਤੀਆਂ, ਤੇ ਉਹਨੇ ਫੌਜ ਦੇ ਜਿਹੜੇ ਜਵਾਨ ਹੈ ਉਹਨਾਂ ਨੂੰ ਵੀ ਕਈਆਂ ਨੂੰ ਉਹਨੇ ਫਰੈਂਡ ਰਿਕੁਐਸਟ ਭੇਜੀ ਤਾਂ ਕਿ ਉਹਨਾਂ ਨਾਲ ਵੀ ਉਹਦਾ ਤਾਲਮੇਲ ਜਿਹੜਾ ਉਹ ਬਣ ਸਕੇ। ਸੋ ਮੈਂ ਜਿੱਥੇ ਤੱਕ ਮੇਰਾ ਦਿਮਾਗ ਕੰਮ ਕਰਦਾ ਜਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਬਿਲਕੁਲ ਜਾਂਚ ਦਾ ਵਿਸ਼ਾ ਆ, ਇਹ ਪਿਆਰ ਦਾ ਵਿਸ਼ਾ ਨਹੀਂ ਹੈ, ਤੇ ਇਸ ਨੂੰ ਸਾਡੀਆਂ ਏਜੰਸੀਆਂ ਨੂੰ ਬੜੇ ਪਿਆਰ ਦੇ ਨਾਲ, ਗੰਭੀਰਤਾ ਦੇ ਨਾਲ ਸੁਣ ਕੇ ਸਮਝ ਕੇ ਜਿਹੜਾ ਇਹਦਾ ਨਿਚੋੜ ਕੱਢਣ ਦੀ ਲੋੜ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਨਹੀਂ ਤਾਂ ਉੱਥੇ ਦੇ ਜਿਹੜੇ ਆਤੰਕਵਾਦੀ ਟਾਈਪ ਦੇ ਲੋਕ ਹੈ ਉਹਨਾਂ ਨੂੰ ਇਹ ਗੱਲਾਂ ਕਹਿਣ ਦਾ ਕੀ ਮਤਲਬ ਹੈ? ਉਹਦੇ ਇਹਨਾਂ ਦੇ ਨਾਲ ਕੀ ਤਾਰ ਜੁੜੇ ਆ ਕਿ ਉਹ ਕਹਿੰਦੇ ਆ ਕਿ ਇਹਨੂੰ ਵਾਪਿਸ ਭੇਜ ਦਿਓ, ਨਹੀਂ ਤਾਂ ਅਸੀਂ ਇੱਥੇ ਤੁਹਾਡਾ ਹਸ਼ਰਮਾਲਾ ਕਰਾਂਗੇ। ਇਹਦਾ ਮਤਲਬ ਉਹਨਾਂ ਨੂੰ ਇਸ ਬੀਬੀ ਦੇ ਨਾਲ ਕੋਈ ਨਾ ਕੋਈ ਲਗਾਵ ਹੈ, ਇਸ ਦੇ ਪਿੱਛੇ ਕੋਈ ਨਾ ਕੋਈ ਉਹਨਾਂ ਦਾ ਹਿੱਤ ਜੁੜਿਆ ਹੋਇਆ। ਇਸ ਕਰਕੇ ਉਹ ਚਾਹੁੰਦੇ ਆ ਵੀ ਹੁਣ ਜੇ ਇਹ ਹਿੰਦੁਸਤਾਨ ਦੇ ਏਜੰਸੀਆਂ ਦੇ ਰਡਾਰ ਦੇ ਉੱਤੇ ਆ ਗਈ ਆ ਤੇ ਇਹਨੂੰ ਵਾਪਿਸ ਬੁਲਾ ਲਿਆ ਜਾਵੇ ਤਾਂ ਕਿ ਇਸ ਨੂੰ ਕਿਤੇ ਫਿਰ ਹੋਰ ਦੁਬਾਰਾ ਇਸਤੇਮਾਲ ਕਰ ਲਵਾਂਗੇ। ਤੇ ਇਸ ਕਰਕੇ ਏਜੰਸੀਆਂ ਨੂੰ ਚਾਹੀਦਾ ਕਿ ਇਸ ਨੂੰ ਬੜੀ ਗੰਭੀਰਤਾ ਨਾਲ ਲੈ ਕੇ ਬੜੇ ਹੀ ਸੰਜੀਦਾ ਤਰੀਕੇ ਦੇ ਨਾਲ ਇਸ ਦਾ ਜਿਹੜਾ ਨਿਚੋੜ ਕੱਢਿਆ ਜਾਵੇ ਤਾਂ ਕਿ ਸਾਡੇ ਦੇਸ਼ ਦੀ ਸੁਰੱਖਿਆ ਔਰ ਸਾਡੇ ਦੇਸ਼ ਦੇ ਲੋਕ ਜਿਹੜੇ ਆ ਉਹ ਸੁਰੱਖਿਅਤ ਰਹਿ ਸਕਣ। ਤੇ ਸਾਡੀਆਂ ਏਜੰਸੀਆਂ ਇਸ ਮਾਮਲੇ ਦੇ ਵਿੱਚ ਬੜੀਆਂ ਸક્ષਮ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਏਗਾ। ਜੀ ਮਿੰਦਰ ਜੀ। ਕੰਵਰ ਮੰਜ਼ਲ ਜੀ, ਕਿਵੇਂ ਦੇਖਦੇ ਹੋ ਸੀਮਾ ਹੈਦਰ, ਇਹ ਪਿਆਰ ਦੀ ਡੋਰ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਹੈ? ਆਵਾਜ਼ ਨਹੀਂ ਆਈ ਮੰਜ਼ਲ ਸਾਹਿਬ ਤੁਹਾਡੀ। ਮੰਜ਼ਲ ਸਾਹਿਬ ਆਵਾਜ਼ ਨਹੀਂ ਪਹੁੰਚ ਰਹੀ, ਚੈੱਕ ਕਰਿਓ ਜਰਾ। ਮੈਨੂੰ ਤਾਂ ਦੁਬਾਰਾ ਜੁਆਇਨ ਕਰਨਾ ਪਏਗਾ ਜੀ ਤੁਹਾਨੂੰ ਛੱਡ ਕੇ। ਹਾਂਜੀ, ਤੇ ਉਦੋਂ ਤੱਕ ਆਪਾਂ ਗੱਲ ਦੌਰ ਸ਼ੁਰੂ ਰੱਖਦੇ ਹਾਂ। ਮਿੱਤਰੋ ਜੀ, ਜਦ ਤੱਕ ਕਮਲ ਮੰਜ਼ਲ ਜੀ ਜੁੜਦੇ ਨੇ ਉਦੋਂ ਤੱਕ ਆਪਾਂ ਇਸ ਗੱਲ ਤੇ ਵੀ ਜਿਹੜਾ ਥੋੜਾ ਵਿਚਾਰ ਕਰ ਲਈਏ ਕਿ ਜਿਸ ਤਰੀਕੇ ਨਾਲ ਉਹ ਦੱਸਦੀ ਹੈ ਕਿ ਜਿਹੜੇ ਮੈਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਜੁੜੇ ਆ, ਹਾਲਾਂਕਿ ਉਹਦੇ ਉੱਤੇ ਪਾਬੰਦੀ ਲੱਗੀ ਹੋਈ ਹੈ, ਤੇ ਉਹਨਾਂ ਪਲੇਟਫਾਰਮ ਤੇ ਜਿਵੇਂ ਤੁਸੀਂ ਗੱਲ ਦੱਸੀ ਆ, ਇਹ ਗੱਲਾਂ ਸਾਹਮਣੇ ਆਈਆਂ ਵੱਖ-ਵੱਖ ਮੀਡੀਆ ਤੋਂ ਕਿ ਉਹਦੇ ਤਾਰ ਜਿਹੜੇ ਆ NCR ਦੇ ਵਿੱਚ ਹੀ ਕਿਉਂ ਜੁੜੇ ਹੋਏ ਸੀਗੇ, ਉੱਥੇ ਆਲੇ ਦੁਆਲੇ ਕਿਵੇਂ ਨੈਟਵਰਕ ਬਣਾ ਰਹੇ ਸੀ। ਹਾਂਜੀ ਕਮਲ ਮੰਜ਼ਲ ਜੀ, ਤੁਸੀਂ ਆ ਗਏ ਹੋ। ਸੰਧੂ ਸਾਹਿਬ ਬਿਲਕੁਲ ਸਹੀ ਗੱਲ ਹੈ, ਇਹ ਜਾਂਚ ਦਾ ਵਿਸ਼ੇ ਹੈ ਔਰ ਇਹਦੇ ਤੇ ਬਹੁਤ ਵੱਡੇ ਲੈਵਲ ਦੀ ਜਾਂਚ ਹੋਣੀ ਚਾਹੀਦੀ ਹੈ। ਇਹਦੇ ਤੇ ਵੀ ਜਾਂਚ ਹੋਣੀ ਚਾਹੀਦੀ ਹੈ ਔਰ ਉਹਦੇ ਆਉਣ ਦਾ ਜਿਹੜਾ ਤਰੀਕਾ ਉਹਨੇ ਅਪਣਾਇਆ ਉਹਦੇ ਤੇ ਵੀ ਬੜੀ ਵੱਡੀ ਜਾਂਚ ਕਰਨ ਦੀ ਜ਼ਰੂਰਤ ਹੈ। ਮੈਂ ਕੁਝ ਨੋਟ ਕਰ ਰਿਹਾ ਸੀਗਾ ਥੋੜੇ ਸਮੇਂ ਤੋਂ, ਇੱਕ ਨਵਾਂ ਕਨਸੈਪਟ ਚੱਲ ਰਿਹਾ ਵਾ ਜਿਹਦੇ ਵਿੱਚ ਹਨੀ ਟ੍ਰੈਪ ਲਗਾ ਕੇ ਲੋਕਾਂ ਨੂੰ ਫਸਾਇਆ ਜਾਂਦਾ, ਆਪਣੇ ਭਰਮ ਜਾਲ ਦੇ ਵਿੱਚ ਫਸਾਇਆ ਜਾਂਦਾ ਔਰ ਉਸ ਤੋਂ ਬਾਅਦ ਉਹਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਕਾਂਡ ਹੈ ਇਹੋ ਜਿਹੇ ਦੇਖਣ ਨੂੰ ਆਏ ਆ। ਔਰ ਮੈਂ ਇਹ ਮਹਿਸੂਸ ਕਰਦਾ ਕਿ ਪਾਕਿਸਤਾਨ ਤੋਂ ਵੱਡੇ ਲੈਵਲ ਤੇ, ਕਿਉਂਕਿ ਉਹ ਹਰ ਲਹਿਜੇ ਦੇ ਵਿੱਚ ਉਹ ਹਾਰ ਉਹਨਾਂ ਨੂੰ ਨਜ਼ਰ ਆ ਰਹੀ ਹੈ ਔਰ ਹਾਰਦਾ ਜਾ ਰਿਹਾ ਪਾਕਿਸਤਾਨ। ਹੁਣ ਉਹ ਹੋਛੇ ਹਥਿਆਰਾਂ ਤੇ ਆਪਣੀਆਂ ਲੇਡੀਜ਼ ਨੂੰ ਅੱਗੇ ਕਰਕੇ ਜਿਹੜਾ ਵਾ ਉਹ ਇਸ ਤਰੀਕੇ ਦੇ ਕਦਮਾਂ ਦੇ ਵੱਲ ਨੂੰ ਵੱਧ ਰਿਹਾ। ਔਰ ਬੜੀ ਵਧੀਆ ਗੱਲ ਹੈ ਕਿ ਇਹ ਕੇਸ ਜਿਹੜਾ ਵਾ ਸਾਹਮਣੇ ਆ ਗਿਆ। ਅਗਰ ਕਿਤੇ ਅੰਡਰ ਟੇਬਲ ਇਹ ਚੀਜ਼ਾਂ ਨਿਕਲ ਜਾਂਦੀਆਂ ਤੇ ਇਹ ਗੱਲ ਬੜੀ ਚਿੰਤਾ ਦਾ ਵਿਸ਼ਾ ਬਣ ਸਕਦੀ ਸੀਗੀ। ਔਰ ਮੇਰਾ ਇਹ ਮੰਨਣਾ ਵਾ ਕਿ ਇਹਦੀ ਜਾਂਚ ਬਹੁਤ ਵੱਡੀ ਗਹਿਰਾਈ ਨਾਲ ਹੋਣੀ ਚਾਹੀਦੀ ਹੈ। ਇਹੋ ਜਿਹੇ ਕਈ ਹੋਰ ਵੀ ਐਪੀਸੋਡ ਸਾਨੂੰ ਜਿਹੜੇ ਆ ਉਹ ਦੇਸ਼ ਦੇ ਵਿੱਚ ਵੇਖਣ ਨੂੰ ਮਿਲ ਜਾਣਗੇ ਤੇ ਇਹਦੀ ਜਾਂਚ ਜਿਹੜੀ ਆ ਵਾਕਈ ਹੀ ਬੜੇ ਵੱਡੇ ਲੈਵਲ ਤੇ ਹੋਣੀ ਚਾਹੀਦੀ ਆ ਔਰ ਇਹ ਦੇਸ਼ ਵਾਸਤੇ ਚਿੰਤਾ ਦਾ ਵਿਸ਼ਾ ਹੈ ਜੀ। ਵੈਸੇ ਤਾਂ ਜਿਹੜੀ ATS ਹੈ ਉਹ ਵੀ ਕੋਈ ਛੋਟਾ ਪੱਧਰ ਨਹੀਂ ਹੈ, ਕਿਉਂਕਿ ਏਜੰਸੀਆਂ IB ਤੇ ਰਾਹ ਇਹ ਸਾਰੀਆਂ ਵਿੱਚ ਇਨਵੋਲਵ ਨੇ। ਇਹ ਸਾਰੀਆਂ ਏਜੰਸੀਆਂ ਜਿਹੜੀਆਂ ਲਗਾਤਾਰ ਇਹਦੇ ਨਜ਼ਰ ਬਣੀ ਹੋਈ ਹੈ। ਖਾਸ ਤੌਰ ਤੇ ਜਿਹੜੀ ਬੀਬੀ ਹੈ ਇਹਦਾ ਜਿਹੜਾ ਗੱਲਬਾਤ ਕਰਨ ਦਾ ਤਰੀਕਾ, ਆਮ ਅਸੀਂ ਗੱਲ ਕਰਦੇ ਹਾਂ ਜਦੋਂ ਕਿਸੇ ਨੂੰ ਕਹੀਏ ਨਾ ਕੈਮਰੇ ਅੱਗੇ ਆ ਕੇ ਬੋਲ, ਆ ਜਾ ਤੇ ਕੈਮਰੇ ਅੱਗੇ ਆ ਕੇ ਦੋ ਗੱਲਾਂ ਕਰ ਲੈ, ਜਾਂ ਸਧਾਰਨ ਤੂੰ ਬੈਠਣਾ ਹੀ ਹੈ, ਤੂੰ ਗੱਲ ਕਰਕੇ ਦੇਖ, ਤੇ ਬੰਦੇ ਦਾ ਹੌਸਲਾ ਨਹੀਂ ਪੈਂਦਾ। ਉਹ ਕਹਿੰਦਾ ਮੈਂ ਕੈਮਰੇ ਸਾਹਮਣੇ ਕਿਵੇਂ ਜਾਊਂਗਾ। ਪਰ ਇਹ ਬੀਬੀ ਜਿਹੜੀ ਸਿਰਫ ਦੱਸਦੀ ਮੈਂ 5 ਪਾਸ ਆ, ਇਹ ਕੌਨਫੀਡੈਂਟ ਇੰਨੀ ਹੈ ਕਿ ਹਰ ਤਰੀਕੇ ਨਾਲ ਕੈਮਰੇ, ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਇਹਨਾਂ ਰਜਿਸਟਰ ਲਾਇਆ ਹੋਇਆ ਸੀ ਇੰਟਰਵਿਊ ਦੇਣ ਲਈ ਕਿ ਇੰਨੇ ਵਜੇ ਇਹਨੂੰ ਇੰਟਰਵਿਊ ਦੇਣੀ, ਇੰਨੇ ਵਜੇ ਇਹਨੂੰ ਇੰਟਰਵਿਊ ਦੇਣੀ। ਇਸ ਤਰੀਕੇ ਨਾਲ ਹਰ ਚੀਜ਼ ਮੈਨੇਜ ਕਰਕੇ ਔਰ ਬੜੇ ਕੌਨਫੀਡੈਂਸ ਨਾਲ ਬੋਲ ਰਹੀ ਹੈ। ਏਜੰਸੀਆਂ ਦਾ ਵੀ ਜਿਹੜਾ ਸਾਹਮਣਾ ਬੜੇ ਬੇਬਾਕੀ ਨਾਲ ਕਰ ਰਹੀ ਹੈ। ਇੱਕ ਟ੍ਰੇਨਿੰਗ ਦਾ ਖਾਸ ਜਿਹੜਾ ਸ਼ੱਕ ਜਿਹੜਾ ਇਹਦੇ ਤੇ ਪੈਂਦਾ ਕਿ ਟ੍ਰੇਨਿੰਗ ਤੋਂ ਬਗੈਰ ਬੰਦਾ ਇੰਨੀਆਂ ਚੀਜ਼ਾਂ ਦੇ ਉੱਤੇ ਮੁਹਾਰਤ ਹਾਸਲ ਨਹੀਂ ਹੋ ਸਕਦੀ।
ਤੇ ਟ੍ਰੇਨਿੰਗ ਦਾ ਜਿਹੜਾ ਉਹ ਜਿੰਮਾ ਆ, ਜਿਵੇਂ ਤੁਸੀਂ ਹਨੀ ਟ੍ਰੈਪ ਦੀ ਗੱਲ ਕੀਤੀ ਆ, ਹਨੀ ਟ੍ਰੈਪ ਮੈਨੇ ਮਿੱਠਾ ਟ੍ਰੈਪ, ਜਿਹੜਾ ਕਿ ਇੱਕ ਖੁਸ਼ੀ ਬੰਦਾ ਜਿਸ ਚੀਜ਼ ਵਿੱਚ ਜਿਹੜਾ ਫਸਦਾ ਜਾਂਦਾ ਜਾਂ ਉਸ ਸ਼ਹਿਰ ਦੇ ਵਿੱਚ ਧੱਸਦਾ ਜਾਂਦਾ, ਜਿਹੜਾ ਜਿਹਦੇ ਕਿ ਉਹਦੇ ਵਿੱਚ ਉਹਦੀ ਜਿਹੜੀ ਆ ਮੌਤ ਨਿਸ਼ਚਿਤ ਹੁੰਦੀ ਹੈ, ਤੇ ਏਦਾਂ ਹੀ ਬੰਦਾ ਆਪਣੇ ਮੁਲਕ ਦੇ ਨਾਲ ਵੀ ਗਦਾਰੀ ਕਰਨ ਤੱਕ ਚਲਾ ਜਾਂਦਾ। ਤੇ ਵਿਦੇਸ਼ਾਂ ਤੋਂ ਹਨੀ ਟ੍ਰੈਪ ਦੇ ਨਾਂ ਦੇ ਉੱਤੇ ISI ਜਾਂ ਹੋਰ ਜਿਹੜੀ ਆ ਦੱਸਦੇ, ਉੱਥੇ ਤਾਂ ਕਹਿੰਦੇ ਬਕਾਇਦਾ ਫੌਜ ਦੇ ਵਿੱਚ ਵੀ ਟ੍ਰੇਨਿੰਗ ਦੇ ਵਿੰਗ ਏਦਾਂ ਦੇ ਬਣੇ ਹੋਏ ਨੇ ਜਿਹੜੇ ਹਨੀ ਟ੍ਰੈਪ ਵਾਸਤੇ ਲੋਕਾਂ ਨੂੰ ਤੇ ਬੀਬੀਆਂ ਨੂੰ ਜਿਹੜਾ ਉਹ ਤਿਆਰ ਕੀਤਾ ਜਾਂਦਾ। ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਏਜੰਸੀਆਂ ਵੱਲੋਂ ਜਿਹੜੀਆਂ ਜਾਂ ਜਿਹੜੇ ਬਾਹਰ ਨੇ ਸਾਡੇ, ਉਹ ਉਹਨਾਂ ਦੀਆਂ ਗੱਲਾਂ ਜਿਹੜੇ ਆ ਕਰਦੇ ਆ ਰਹੇ ਨੇ। ਸੋ ਇਸ ਕਰਕੇ ਲੱਗਦਾ ਕਿ ਸ਼ਾਇਦ ਸਾਡੇ ਜਿਹੜੇ ਜਜ਼ਬਾਤੀ ਲੋਕ ਨੇ, ਜਿਹੜੇ ਹੁਣ ਤੱਕ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੇ ਤੂਫਾਨ ਮਚਾਇਆ ਹੋਇਆ ਕਿ ਲਓ ਜੀ ਇਹ ਪਿਆਰ ਦਾ ਮਸਲਾ ਆ, ਫਿਰ ਕੀ ਹੋ ਗਿਆ ਜੀ ਉਹਨੂੰ ਹਿੰਦੂ ਅਡਾਪਟ ਕਰਨਾ ਚਾਹੀਦਾ, ਹਿੰਦੂ ਪ੍ਰਥਾ ਬਾਰੇ ਤੁਸੀਂ ਇਹ ਦੇਖੋ, ਉਹਦੀ ਬੀਬੀ ਦੀ ਇਹਦੀ ਟ੍ਰੇਨਿੰਗ ਆ। ਈਵਨ ਕਿ ਉਹ ਜਿਹੜੀ ਯੂਪੀ ਦੀ ਜਿਹੜੇ ਖੇਤਰ ਵਿੱਚ ਉਹ ਰਹਿਣ ਆਈ ਹੈ, ਉੱਥੋਂ ਦੀ ਜਿਹੜੀ ਲੋਕ ਬੋਲੀ ਹੈ ਉਹਦੇ ਵੀ ਬੜੇ ਫਲੋ ਦੇ ਨਾਲ ਬੋਲਦੀ ਹੈ। ਤੇ ਜਦੋਂ ਕਿ ਦੱਸਦੇ ਜਿਹੜੀ ਸੀਮਾ ਹੈਦਰ ਹੈ ਜਿਹੜੀ ਹੈ ਉਹ ਉਰਦੂ ਦੇ ਲੋਕ ਜ਼ਬਾਨ ਵਾਲੇ ਲੋਕ ਨੇ, ਉਹਨਾਂ ਵਾਸਤੇ ਇਧਰਲੀ ਜ਼ਬਾਨ ਨੂੰ ਅਡਾਪਟ ਕਰਨਾ, ਖਾਸ ਤੌਰ ਤੇ ਅੰਗਰੇਜ਼ੀ ਨੂੰ ਤਾਂ ਆਪਾਂ ਕਹਿੰਦੇ ਥੋੜਾ ਜਿਹਾ ਕਰ ਲਿਆ ਅਡਾਪਟ, ਪਰ ਨਾਲ ਦੀ ਨਾਲ ਇੱਥੋਂ ਦੀ ਜਿਹੜੀ ਲੋਕਲ ਭਾਸ਼ਾ ਜਿਹੜੀ ਆ ਉਹਦੀ ਵੀ ਪੂਰੀ ਕਮਾਂਡ ਹੈ ਉਹਦੀ। ਤੇ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੀ ਕਮਾਂਡ ਹੈ ਇਹਦੇ ਪਿੱਛੇ ਕੋਈ ਨਾ ਕੋਈ ਟ੍ਰੇਨਿੰਗ ਜ਼ਰੂਰ ਹੈ, ਚਾਹੇ 15 ਦਿਨ ਦੀ, ਚਾਹੇ ਮਹੀਨੇ ਦੀ, ਚਾਹੇ 2-4 ਮਹੀਨੇ ਦੀ, ਤੇ ਕੈਮਰੇ ਨੂੰ ਫੇਸ ਕਰਨ ਦੀ ਵੀ ਟ੍ਰੇਨਿੰਗ ਹੈ। ਜੇ ਇਦਾਂ ਦੇ ਸ਼ੱਕ ਪੈਦਾ ਹੁੰਦੇ ਆ ਤਾਂ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਰਿਆਂ ਦੀ ਕਿ ਅਸੀਂ ਇਹਨੂੰ ਸਿਰਫ ਇੱਕ ਐਂਗਲ ਤੋਂ ਦੇਖਣ ਦੀ ਥਾਂ ਤੇ, ਇਹਨੂੰ ਇਮੋਸ਼ਨਲ ਐਂਗਲ ਤੇ, ਪਿਆਰ ਦਾ ਐਂਗਲ ਤੇ ਦੇਖਣ ਦੀ ਥਾਂ ਤੇ, ਇਹਨੂੰ ਸਾਰੇ ਐਂਗਲਾਂ ਤੋਂ ਜਿਹੜਾ ਉਹਦੀ ਪੁਣਛਾਣ ਹੋਵੇ, ਜਿਹੜੀਆਂ ਕਿ ਭਾਰਤੀ ਏਜੰਸੀਆਂ ਲੱਗੀਆਂ ਹੋਈਆਂ ਨੇ ਕਰਨ। ਉਮੀਦ ਹੈ ਕਿ ਛੇਤੀ ਇਹਦੇ ਉੱਤੇ ਕੋਈ ਨਾ ਕੋਈ ਨਵਾਂ ਖੁਲਾਸਾ ਜਿਹੜਾ ਉਹ ਜ਼ਰੂਰ ਹੋਵੇਗਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਨਜ਼ਰ ਆਏਗਾ। ਤੇ ਆਪਾਂ ਕਮਰ ਮੰਜ਼ਿਲ ਦੀ ਚੱਲਦੇ ਹੁਣ ਅਗਲੇ ਮੁੱਦੇ ਵੱਲ। 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਹੁਣ NDA ਜਿਹੜਾ ਗੱਠਜੋੜ ਸੀ ਭਾਜਪਾ ਦੀ ਅਗਵਾਈ ਹੇਠਲਾ, ਉਹਦੇ ਮੂਹਰੇ ਹੁਣ ਇੰਡੀਆ ਨਾਂ ਦਾ ਗੱਠਜੋੜ ਜਿਹੜਾ ਉਹ ਤਿਆਰ ਕੀਤਾ ਗਿਆ। ਜਿਹੜਾ ਆਪਣੇ ਆਪ ਨੂੰ UPA ਕਹਿੰਦਾ ਸੀ, ਹੁਣ ਉਹ ਆਪਣੇ ਆਪ ਨੂੰ ਉਹ ਵੀ ਹੁਣ NDA ਵਾਂਗੂ ਇੰਡੀਆ ਕਰ ਲਿਆ ਉਹਨੇ। ਕਹਿੰਦੇ ਜੀ ਫੁੱਲ ਫਾਰਮ ਰੱਖੀ ਹੈ ਇਹਦੀ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਈਅੰਸ। ਇਹ ਕੀ ਹੈ, ਇਹਦੇ ਰੱਖਣ ਦਾ ਕੀ ਮਕਸਦ ਆ? ਏਦਾਂ ਤਾਂ ਨਹੀਂ ਕਿ NDA ਜਿਹੜਾ ਬਹੁਤ ਪਿਆਰਾ ਸ਼ਬਦ ਲੱਗਦਾ ਸੀ ਤੇ ਇਹਨਾਂ ਨੂੰ ਲੱਗਾ ਕਿ ਜੇ ਅਸੀਂ UPA ਰੱਖ ਛੱਡਾਂਗੇ ਤਾਂ ਸਾਡਾ ਗੱਠਜੋੜ ਜਿਹੜਾ ਸਿਰੇ ਨਹੀਂ ਚੜ੍ਹਨਾ, ਤੇ ਉਦਾਂ ਦਾ ਹੀ ਭੁਲੇਖਾ ਪਾਉਣਾ ਨਾਂ ਰੱਖ ਲਓ ਤਾਂ ਕਿ ਜਿੰਨੀ ਕਿ ਜਿਹੜੀ ਅਹਿਮੀਅਤ ਹੈ ਮੋਦੀ ਜੀ ਦੀ ਅਗਵਾਈ ਹੇਠ NDA ਨੂੰ ਮਿਲ ਰਹੀ ਹੈ ਉਹ ਸ਼ਾਇਦ ਇੰਡੀਆ ਨੂੰ ਮਿਲ ਜਾਏ। ਇਹ ਤੇ ਏਦਾਂ ਦੀ ਗੱਲ ਹੈ। ਜਾਂ ਦੂਜੇ ਪਾਸੇ ਮੋਦੀ ਜੀ ਜਿਹੜੇ ਹੈ ਉਹ ਚੱਲੇ ਹੋਏ ਨੇ, ਉਹ ਹਲੇ ਇਹਨਾਂ ਤੇ ਬੜਾ ਕਟਾਕਸ਼ ਬੜਾ ਜ਼ਬਰਦਸਤ ਕਰ ਰਹੇ ਨੇ। ਉਹ ਕਹਿੰਦੇ ਵੀ ਸਾਡਾ ਜਿਹੜਾ ਗੱਠਜੋੜ ਹੈ NDA, ਇਹ ਕਹਿੰਦੇ ਮਜਬੂਰੀ ਨਹੀਂ, ਇਹ ਮਜ਼ਬੂਤੀ ਦਾ ਗੱਠਜੋੜ ਹੈ। ਕੀ ਕਹਿਣਾ ਚਾਹੁੰਦੇ ਨੇ ਮੋਦੀ ਜੀ, ਤੇ ਇਹਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਨੇ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ? ਕਿਵੇਂ ਦੇਖਦੇ ਹੋ? ਸਿੰਧੂ ਸਾਹਿਬ, ਇੱਕ ਚੀਜ਼ ਦੇ ਬਿਲਕੁਲ ਡਿਕਲੇਅਰ ਹੋ ਗਈ ਕਿ ਸਾਰਾ ਵਿਪਕਸ਼ ਜਿਹੜਾ ਵਾ ਉਹ ਪੂਰੀ ਤਰ੍ਹਾਂ ਡਰਿਆ ਹੋਇਆ ਵਾ। ਮੈਂ ਅੱਜ ਅਖਬਾਰ ਦੀ ਸੁਰਖੀ ਪੜ੍ਹ ਰਿਹਾ ਸੀ, ਰਾਹੁਲ ਗਾਂਧੀ ਜੀ ਸਟੇਟਮੈਂਟ ਸੀ ਇੰਡੀਆ ਵਰਸਸ ਮੋਦੀ। ਬੜੀ ਮਜ਼ੇ ਦੀ ਗੱਲ ਹੈ ਵੀ ਇੱਕ ਸ਼ਖਸ ਦਾ ਇੰਨਾ ਡਰ, ਇੰਨਾ ਭੈ ਹੋਣਾ ਕਿ ਅੱਜ 26 ਪਾਰਟੀਆਂ ਰਲ ਕੇ ਇੱਕ ਗਠਬੰਧਨ ਤਿਆਰ ਕਰਦੀਆਂ ਔਰ ਉਹਦਾ ਨਾਂ ਇੰਡੀਆ ਰੱਖਦੀਆਂ ਨੇ ਵੀ ਲੋਕਾਂ ਨੂੰ ਇਮੋਸ਼ਨਲ ਅਟੈਚਮੈਂਟ ਲੈਣ ਵਾਸਤੇ। ਬਟ ਮੈਂ ਇੱਕ ਬੇਨਤੀ ਕਰਦਿਆਂ, ਅਗਰ ਅਸੀਂ ਇੱਕ ਆੜੂ ਨੂੰ ਅੰਬ ਕਵਾਂਗੇ ਉਹ ਕਦੀ ਅੰਬ ਨਹੀਂ ਬਣ ਜਾਣਾ। ਆੜੂ ਨੇ ਆੜੂ ਹੀ ਰਹਿਣਾ। ਉਹ ਆੜੂ ਨੂੰ ਅੰਬ ਪੇਸ਼ ਕਰਕੇ ਵੇਚਣਾ ਚਾਹੁੰਦੇ ਨੇ। ਤੇ ਮੇਰਾ ਇਹ ਮੰਨਣਾ ਹੈ ਕਿ ਹਿੰਦੁਸਤਾਨ ਦੇ ਬਸ਼ਿੰਦੇ, ਹਿੰਦੁਸਤਾਨ ਦੀ ਜਨਤਾ ਜਿਹੜੀ ਆ ਉਹ ਆੜੂ ਨੂੰ ਆੜੂ ਦੇ ਤਰੀਕੇ ਨਾਲ ਹੀ ਲਏਗੀ, ਕਦੇ ਵੀ ਅੰਬ ਸਮਝ ਕੇ ਨਹੀਂ ਖਾਏਗੀ ਉਹਨੂੰ। ਤੇ ਇਹ ਭੁਲੇਖਾ ਪਾਉਣ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਹੈ ਬੜੇ ਬੁਰੇ ਤਰੀਕੇ ਨਾਲ ਨਾਕਾਮ ਹੋਏਗੀ। ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਹਿੰਦੁਸਤਾਨ ਅਸੀਮ ਉਚਾਈਆਂ ਨੂੰ ਛੂ ਰਿਹਾ। ਔਰ ਮੇਰਾ ਇਹ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਫੇਰ ਬੜਾ ਵੱਡਾ ਫਤਵਾ ਜਿਹੜਾ ਨਰਿੰਦਰ ਮੋਦੀ ਜੀ ਦੇ ਹੱਕ 'ਚ ਆਉਣ ਵਾਲਾ ਆ। ਔਰ ਇਹ ਸਾਰੀ ਦੀ ਸਾਰੀ ਔਰ ਜਿੰਨੇ ਵੀ ਇਹ ਦਲ ਇਕੱਠੇ ਹੋਏ ਨੇ, ਇਹ ਬੇਸਿਕਲੀ ਦਲ ਨਹੀਂ, ਇਹ ਦਲ ਇਕੱਠੇ ਹੋਏ ਨੇ, ਦਲਦਲ ਬਣ ਗਈ ਹੈ। ਇਹਨਾਂ ਦੇ ਵਿੱਚ ਕਿਸੇ ਵੀ ਪਾਰਟੀ ਦੀ ਇੱਕ ਦੀ ਦੂਜੇ ਦੇ ਨਾਲ ਕੋਈ ਵਿਚਾਰਧਾਰਾ ਨਹੀਂ ਰਲਦੀ। ਇਹਨਾਂ ਦੀਆਂ ਤੁਸੀਂ ਪੁਰਾਣੀਆਂ ਵੀਡੀਓ ਕੱਢ ਕੇ ਦੇਖ ਲਓ, ਨਿਤਿਸ਼ ਕੁਮਾਰ, ਲਾਲੂ ਯਾਦਵ ਇੱਕ ਕੁੱਤੇ ਕੁੱਤੀ ਹੁੰਦੇ ਨਜ਼ਰ ਆਣਗੇ। ਲੇਟੈਸਟ ਪ੍ਰਤਾਪ ਬਾਜਵਾ ਨੇ ਬਗਾਵਤ ਦਾ ਝੰਡਾ ਚੁੱਕ ਲਿਆ, ਕਹਿੰਦਾ ਸਾਡਾ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਕੋਈ ਅਲਾਈਅੰਸ ਨਹੀਂ ਅਸੀਂ ਮਨਜ਼ੂਰ ਕਰਾਂਗੇ, ਅਸੀਂ ਆਪਣੇ ਤੌਰ ਤੇ ਲੜਾਂਗੇ, ਉਹ ਆਪਣੇ ਤੌਰ ਤੇ ਲੜਨ। ਇਹ ਕਿੱਦਾਂ ਦਾ ਅਲਾਈਅੰਸ ਤਿਆਰ ਕਰ ਰਹੇ ਨੇ?
ਇਹ ਬਸ ਇੰਡੀਆ ਲੈਵਲ ਤੇ ਇੱਕ ਵੇਵ ਬਣਾਉਣ ਦੀ ਇੱਕ ਉਹ ਝੂਠੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੀ ਕਿ ਬੜੇ ਬੁਰੇ ਤਰੀਕੇ ਨਾਲ ਨਾਕਾਮ ਹੋਏਗੀ। 2024 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਵੀ ਇਹਨਾਂ ਨੇ ਗਠਬੰਧਨ ਬੜਾ ਪਵਿੱਤਰ ਨਾਮ ਰੱਖ ਲਿਆ, ਔਰ ਸਾਰੇ ਚੋਰਾਂ ਨੇ ਰਲ ਕੇ ਇੱਕ ਪਵਿੱਤਰ ਚੀਜ਼ ਨੂੰ ਨਾਮ ਦੇ ਦਿੱਤਾ ਤੇ ਬਟ ਲੇਕਿਨ ਉਹਦੇ ਨਾਲ ਜਿਹੜੇ ਤੁਹਾਡੇ ਗੁਨਾਹ ਨਹੀਂ ਛਿਪ ਜਾਣੇ ਤੇ ਜਿਹੜੇ ਆੜੂ ਹੀ ਰਹਿਣੇ, ਅੰਬ ਨਹੀਂ ਬਣਨੇ। ਤੇ ਇਹ ਹਿੰਦੁਸਤਾਨ ਦੀ ਜਨਤਾ ਜਿਹੜੀ ਆ ਇਹਦਾ ਇਨਸਾਫ ਕਰ ਦੇਗੀ। 24 ਦੀ ਇਲੈਕਸ਼ਨ ਦੇ ਰਿਜ਼ਲਟ ਦੱਸ ਦੇਣਗੇ ਇਹਨਾਂ ਨੂੰ ਵੀ ਇਹਨਾਂ ਦੇ ਸਾਰੇ ਮਨਸੂਬੇ ਫੇਲ ਹੋ ਗਏ ਨੇ। ਮਹਿੰਦਰੋ ਜੀ, ਰਾਸ਼ਟਰੀ ਜਨਤਾ ਗਠਜੋੜ ਤੇ ਇਹਨੂੰ ਦੂਜੇ ਅੰਗਰੇਜ਼ੀ ਚ ਕਹਿੰਦੇ ਆ NDA। ਹੁਣ NDA ਦਾ ਨਵਾਂ ਅਰਥ ਦੇ ਰਹੇ ਨੇ ਮੋਦੀ ਜੀ। ਇੱਕ ਪਾਸੇ ਉਹ ਕਹਿੰਦੇ ਇਹਦਾ ਅਰਥ ਜਿਹੜਾ ਸਾਡਾ ਹੋਇਆ ਨਿਊ ਇੰਡੀਆ ਡਿਵੈਲਪਮੈਂਟ ਐਸਪੀਰੇਸ਼ਨ, ਤੇ ਇਸ ਐਸਪੀਰੇਸ਼ਨ ਡਿਵੈਲਪਮੈਂਟ ਨਿਊ ਇੰਡੀਆ ਤੇ ਦੂਜੇ ਪਾਸੇ ਇੰਡੀਆ ਦਾ ਅਰਥ ਜਿਹੜਾ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ। ਇਹਨਾਂ ਨੂੰ ਕਿਵੇਂ ਦੇਖਦੇ ਹੋ? ਇਹ ਲਗਭਗ ਇੱਕੋ ਜਿਹੇ ਅਰਥ ਜਿਹੜੇ ਆ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਦੋਨੇ ਪਾਸੇ ਇੰਡੀਆ ਦੀ ਗੱਲ ਚੱਲ ਰਹੀ ਹੈ। ਪਰ ਜਦੋਂ ਹੁਣ ਇੰਡੀਆ ਸਾਹਮਣੇ ਆ ਗਿਆ, ਇੰਡੀਆ ਦੀ ਫੁੱਲ ਫਾਰਮ ਬਣਾਤੀ ਹੈ ਰਾਹੁਲ ਗਾਂਧੀ ਹੋਣੀ, ਤਾਂ ਕਿਤੇ ਨਾ ਕਿਤੇ ਇਸ ਮੁੱਦੇ ਤੇ ਵਿਵਾਦ ਵੀ ਹੋ ਰਿਹਾ ਤੇ ਬੀਜੇਪੀ ਦੇ ਬਿਆਨ ਵੀ ਆ ਗਏ ਕਿ ਜਿਹੜਾ ਇੰਡੀਆ ਭਾਈ ਇਹ ਤਾਂ ਅੰਗਰੇਜ਼ਾਂ ਦਾ ਦਿੱਤਾ ਹੋਇਆ, ਇਹਦਾ ਭਾਰਤ ਮਾਤਾ ਵਰਸਸ ਜਿਹੜਾ ਇਹ ਇੰਡੀਆ ਬਣ ਗਿਆ। ਏਦਾਂ ਦੇ ਬਿਆਨ ਵੀ ਦੇਖਣ ਨੂੰ ਮਿਲਦੇ, ਕਿਵੇਂ ਦੇਖਦੇ ਹੋ ਇਹਨੂੰ? ਦੇਖੋ ਸੰਧੂ ਸਾਹਿਬ, ਗੱਲ ਇਹ ਹੈ ਕਿ ਇੰਡੀਆ ਦਾ ਜਿਹੜਾ ਪੁਰਾਣਾ ਸ਼ਬਦ ਹੈ, ਇੰਡੀਆ ਦਾ ਜਿਹੜਾ ਨਾਮ ਹੈ, ਉਹ ਦੁਨੀਆ ਭਰ ਦੇ ਵਿੱਚ ਇੰਡੀਆ ਦਾ ਸਭ ਨੂੰ ਪਤਾ ਹੈ ਕਿ ਉਹ ਭਾਰਤ ਦਾ ਇੱਕ ਦੂਸਰਾ ਸਵਰੂਪ ਹੈ, ਭਾਰਤ ਦਾ ਇੱਕ ਦੂਸਰਾ ਨਾਮ ਹੈ। ਇੰਡੀਆ, ਹਿੰਦੁਸਤਾਨ, ਭਾਰਤ, ਇਹ ਜਿਹੜਾ ਹੈ ਸਾਰੇ ਇੱਕੋ ਹੀ ਨਾਮ ਹੈ। ਅਗਰ ਕੋਈ ਵੀ ਗਠਬੰਧਨ ਉਸ ਨੂੰ ਇੱਕ ਚਲਾਕੀ ਦੇ ਨਾਲ ਇਸ ਤਰੀਕੇ ਦਾ ਨਾਮ ਬਣਾਵਾਂਗੇ ਕਿ ਉਹ ਸ਼ਾਰਟ ਫਾਰਮ ਜਦੋਂ ਕੀਤੀ ਜਾਵੇ ਤਾਂ ਉਹ ਦੇਖਣ ਨੂੰ ਇੰਡੀਆ ਲੱਗੇ, ਮੈਂ ਸਮਝਦਾ ਕਿ ਇਹਦੇ ਵਿੱਚ ਇੱਕ ਚਲਾਕੀ ਦੀ ਨਜ਼ਰ ਦੇ ਨਾਲ ਇਸ ਨਾਮ ਨੂੰ ਚੁਣਿਆ ਗਿਆ। ਹਾਲਾਂਕਿ ਉਹ ਨਾਮ ਜਿੰਨੀਆਂ ਵੀ ਇਹ ਪਾਰਟੀਆਂ ਆ, ਅਗਰ ਉਹਨਾਂ ਨੂੰ ਕਿਹਾ ਜਾਵੇ ਕਿ ਇਸ ਇੰਡੀਆ ਦੀ ਫੁੱਲ ਫਾਰਮ ਨੂੰ ਫਲੋ ਦੇ ਵਿੱਚ ਬੋਲ ਦਿਓ, ਤਾਂ ਮੈਂ ਸਮਝਦਾ ਕਿ ਅੱਜ ਦੀ ਜਿਹੜੀਆਂ 26 ਧਿਰਾਂ ਆ, 26 ਦੇ ਵਿੱਚੋਂ 2-4 ਤੋਂ ਇਲਾਵਾ ਇਹ ਪੂਰਾ ਨਾਮ ਵੀ ਨਹੀਂ ਬੋਲ ਪਾਣਗੀਆਂ, ਇਹ ਮੈਂ ਗਾਰੰਟੀ ਦੇ ਨਾਲ ਕਹਿ ਸਕਦਾ। ਲੇਕਿਨ ਉਹਨਾਂ ਨੇ ਇਹ ਸ਼ਾਰਟ ਫਾਰਮ ਜਾਣ ਬੁੱਝ ਕੇ ਇਸ ਕਰਕੇ ਰੱਖੀ ਤਾਂ ਕਿ ਜਦੋਂ ਕੱਲ ਨੂੰ ਮੋਦੀ ਜੀ ਇਸ ਗਠਬੰਧਨ ਦੇ ਬਾਰੇ ਕੁਝ ਵੀ ਲੋਕਾਂ ਦੇ ਸਾਹਮਣੇ ਅਗਰ ਕਹਿਣਗੇ ਕਿ ਇਸ ਦੇ ਵਿੱਚ ਭ੍ਰਸ਼ਟਾਚਾਰ ਜੁੜਿਆ ਹੋਇਆ, ਤਾਂ ਉਹ ਦੂਸਰੇ ਲੋਕਾਂ ਨੂੰ ਇਹ ਦੇਖਣ ਨੂੰ ਮਿਲੇਗਾ ਕਿ ਉਹ ਕਹਿਣਗੇ ਇੰਡੀਆ ਦੇ ਵਿੱਚ ਭ੍ਰਸ਼ਟਾਚਾਰ ਜਿਹੜਾ ਆ ਉਹ ਜੁੜਿਆ ਹੋਇਆ, ਤਾਂ ਕਿ ਲੋਕ ਦੇਖਣਗੇ ਕਿ ਆਪਣਾ ਹੀ ਪ੍ਰਧਾਨ ਮੰਤਰੀ ਆਪਣੇ ਹੀ ਦੇਸ਼ ਨੂੰ ਭ੍ਰਸ਼ਟਾਚਾਰੀ ਦੱਸ ਰਿਹਾ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਇੱਕ ਚਲਾਕੀ ਦੇ ਨਾਲ ਬਣਾਇਆ ਗਿਆ ਨਾਮ ਹੈ। ਜਿਸ ਤਰ੍ਹਾਂ ਮੰਜ਼ਲ ਸਾਹਿਬ ਨੇ ਗੱਲ ਕੀਤੀ ਹੈ ਕਿ ਅਗਰ ਉਸ ਆੜੂ ਨੂੰ ਉਹ ਅੰਬ ਕਹਿ ਕੇ ਦਿਖਾਣਗੇ ਤਾਂ ਇਹਦਾ ਮਤਲਬ ਉਹਨੇ ਅੰਬ ਨਹੀਂ ਹੋ ਜਾਣਾ, ਇਹ ਬਿਲਕੁਲ ਗੱਲ ਸਹੀ ਹੈ। ਦੂਸਰੀ ਗੱਲ, ਅਗਰ ਆਪਾਂ ਪਿਛਲੇ ਵੀ ਕੁਝ ਐਪੀਸੋਡ ਦੇ ਵਿੱਚ ਗੱਲ ਕੀਤੀ ਸੀ ਕਿ ਅੱਜ ਅਗਰ ਇਹਨਾਂ ਦਾ ਅਲਾਈਅੰਸ ਹੋ ਜਾਂਦਾ ਹੈ, ਇਹ ਉਹੀ ਕੁਝ ਪਾਰਟੀਆਂ ਹੈ ਜਿਹੜੀਆਂ ਕੇਂਦਰ ਦੇ ਵਿੱਚ ਆਣਾ ਚਾਹੁੰਦੀਆਂ ਨੇ, ਔਰ ਉਹ ਲੀਡਰ ਜਿਹੜੇ ਹੈ ਆਪਣੇ ਆਪ ਨੂੰ ਬੜੀ ਤੇਜ਼ੀ ਦੇ ਨਾਲ ਅੱਗੇ ਲੈ ਕੇ ਆਣਾ ਚਾਹੁੰਦੇ ਨੇ, ਤਾਂ ਉਹ ਸਟੇਟ ਦੇ ਵਿੱਚ ਉਹਨਾਂ ਦੇ ਖਿਲਾਫ ਕਿਸ ਤਰੀਕੇ ਨਾਲ ਕਾਰਵਾਈ ਕਰਨਗੇ। ਹੁਣ ਪੰਜਾਬ ਦੇ ਵਿੱਚ ਹੀ ਲੈ ਲਓ, ਅਗਰ ਇੱਕ ਪਾਸੇ ਕਾਂਗਰਸ ਹੈ ਔਰ ਇੱਕ ਪਾਸੇ ਆਮ ਆਦਮੀ ਪਾਰਟੀ ਹੈ, ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਗਈ ਕਿ ਆਮ ਆਦਮੀ ਪਾਰਟੀ ਪੁਰਾਣੇ ਕਿਸੇ ਵੀ ਭ੍ਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗੀ ਔਰ ਉਸ ਨੂੰ ਸਾਹਮਣੇ ਲੈ ਕੇ ਆਏਗੀ, ਔਰ ਉਹਨਾਂ ਭ੍ਰਸ਼ਟਾਚਾਰੀਆਂ ਨੂੰ ਜਿਨ੍ਹਾਂ ਨੇ ਵੀ ਭ੍ਰਸ਼ਟਾਚਾਰ ਕੀਤਾ ਹੋਏਗਾ ਸਜ਼ਾ ਦਿੱਤੀ ਜਾਏਗੀ ਔਰ ਉਹਨਾਂ ਤੋਂ ਇੱਕ ਪੈਸਾ ਵਾਪਿਸ ਵਸੂਲ ਕੀਤਾ ਜਾਏਗਾ। ਰਾਜਸਥਾਨ ਦੇ ਵਿੱਚ ਆਮ ਆਦਮੀ ਪਾਰਟੀ ਉੱਥੇ ਐਂਟਰ ਕਰ ਰਹੀ ਹੈ, ਕਾਂਗਰਸ ਦੀ ਉੱਥੇ ਸਰਕਾਰ ਹੈ। ਹੁਣ ਵੈਸਟ ਬੰਗਾਲ ਦੇ ਵਿੱਚ ਆਮ ਆਦਮੀ ਪਾਰਟੀ ਉੱਥੇ ਐਂਟਰ ਕਰ ਚੁੱਕੀ ਹੈ, ਉੱਥੇ ਮਮਤਾ ਬੈਨਰਜੀ ਦੀ ਸਰਕਾਰ ਹੈ। ਹੋਰ ਵੀ ਕਈ ਸਟੇਟ ਐਸੇ ਆ ਜਿਨ੍ਹਾਂ ਦੇ ਵਿੱਚ ਇਹੀ ਸਹਿਯੋਗੀਆਂ ਦੀ ਸਰਕਾਰ ਹੈ, ਔਰ ਜੇ ਉੱਪਰ ਇਹ ਆਪਸ ਵਿੱਚ ਗੱਠਜੋੜ ਰੱਖਣਗੇ ਤਾਂ ਸਟੇਟ ਦੇ ਵਿੱਚ ਕਿਸ ਤਰ੍ਹਾਂ ਇੱਕ ਦੂਸਰੇ ਦੇ ਖਿਲਾਫ ਕਾਰਵਾਈ ਕਰ ਸਕਣਗੇ। ਤਾਂ ਫਿਰ ਤਾਂ ਉਹੀ ਗੱਲ ਆ ਜਾਏਗੀ ਕਿ ਇੱਕ ਦੂਸਰੇ ਦੇ ਨਾਲ ਫ੍ਰੈਂਡਲੀ ਮੈਚ ਖੇਡੇ ਜਾਣਗੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾਂ ਕਿਹਾ ਗਿਆ। ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖਣ ਦੀ ਲੋੜ ਹੈ ਔਰ ਲੋਕਾਂ ਨੂੰ ਵੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਇਹ ਅੱਜ ਜਿੰਨੇ ਵੀ ਦਲ ਇਕੱਠੇ ਹੋਏ ਆ,
ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਪੁਰਾਣੇ ਸਾਰੇ ਭ੍ਰਸ਼ਟਾਚਾਰ ਦੇ ਉੱਤੇ ਲਗਾਮ ਲਗਾਉਣ ਦੇ ਲਈ ਜਿਸ ਵੀ ਤਰ੍ਹਾਂ ਦੀ ਤਬਦੀਲੀ ਕਰਨ ਦੀ ਲੋੜ ਹੈ ਉਹ ਕਰਕੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਇਹ ਹੁਣ ਆਪਣਾ ਆਪ ਬਚਾਉਣ ਲਈ ਸਾਰੇ ਇਕੱਠੇ ਹੋ ਕੇ ਇਸ ਤਰੀਕੇ ਨਾਲ ਇੱਕ ਵੱਡਾ ਸੰਗਠਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਇਹਨਾਂ ਨੇ ਇਹ ਦੇਖ ਲਿਆ ਕਿ ਨਰਿੰਦਰ ਮੋਦੀ ਦੀ ਇਸ ਟਾਈਮ ਜਿਹੜੀ ਕਾਰਿਆਕੁਸ਼ਲਤਾ ਹੈ ਉਹ ਦੇ ਬਰਾਬਰ ਖੜੇ ਹੋਣਾ ਕਿਸੇ ਇੱਕ ਦੋ ਪਾਰਟੀਆਂ ਦੇ ਵੱਸ ਦਾ ਕੰਮ ਨਹੀਂ ਹੈ। ਤੇ ਇਸ ਲਈ ਉਹਨਾਂ ਨੇ ਸੋਚਿਆ ਕਿ ਹੁਣ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਵਾਰੀ ਮੋਦੀ ਔਰ ਵਿਰੋਧੀ ਇਹ ਜਿਹੜੇ ਹੈ ਸਾਰਾ ਦੇਖ ਕੇ ਵੀ ਕਿਹੜਾ ਕਿਹੜਾ ਮੋਦੀ ਵਿਰੋਧੀ ਹੈ ਉਹ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਮੋਦੀ ਨੂੰ ਰੋਕ ਲਓ, ਫਿਰ ਉਸ ਤੋਂ ਬਾਅਦ ਜੋ ਅੱਗੇ ਕਰਨਾ ਉਹ ਬਾਅਦ ਚ ਕਰ ਲਾਂਗੇ। ਮੈਂ ਸਮਝਦਾ ਕਿ ਇਹ ਜਿਹੜਾ ਇੰਡੀਆ ਨਾਮ ਰੱਖਿਆ ਗਿਆ ਇਹ ਉਸੇ ਦੇ ਲਈ ਇੱਕ ਐਸਾ ਸੋਚ ਸਮਝ ਕੇ ਚਲਾਕੀ ਦੇ ਨਾਲ ਨਾਮ ਰੱਖਿਆ ਗਿਆ ਤਾਂ ਕਿ ਇਸ ਨਾਮ ਦੀ ਆੜ ਦੇ ਵਿੱਚ ਨਰਿੰਦਰ ਮੋਦੀ ਦੀ ਸ਼ਬਦਾਵਲੀ ਨੂੰ ਰੋਕਿਆ ਜਾ ਸਕੇ, ਤਾਂ ਕਿ ਉਹ ਇਹਨਾਂ ਦੇ ਖਿਲਾਫ ਕੋਈ ਵੀ ਸਖਤ ਸ਼ਬਦ ਜਿਹੜਾ ਹੈ ਉਹ ਨਾ ਬੋਲ ਸਕਾ। ਮੰਜਲ ਸਾਹਿਬ, ਜਿੱਥੇ ਆਪਾਂ ਗੱਲ ਕੀਤੀ ਹੈ ਕਿ ਇੰਡੀਆ ਨਾਂ ਰੱਖ ਲਿਆ ਗੱਠਜੋੜ ਦਾ, ਕਿਤੇ ਨਾ ਕਿਤੇ ਇਹ ਵੀ ਗੱਲ ਵਿਚਾਰਨ ਵਾਲੀ ਹੈ ਕਿ ਇਹਦੇ ਵਿੱਚ ਕਾਂਗਰਸ ਪਾਰਟੀ ਨੇ ਕੁਰਬਾਨੀ ਵੀ ਬੜੀ ਵੱਡੀ ਕੀਤੀ ਹੈ। ਕਾਂਗਰਸ ਪਾਰਟੀ ਦਾ ਗੱਠਜੋੜ ਸੀਗਾ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ, ਜਿਹਨੂੰ ਕਿ ਆਪਾਂ ਅੰਗਰੇਜ਼ੀ ਦੇ ਵਿੱਚ UPA ਕਰਕੇ ਮਸ਼ਹੂਰ ਸੀ ਜ਼ਿਆਦਾ। ਕਿਤੇ ਨਾ ਕਿਤੇ ਜੇ ਨਵਾਂ ਗੱਠਜੋੜ ਬਣਾ ਲਿਆ, ਉਹਦਾ ਨਵਾਂ ਨਾਮਕਰਨ ਹੋ ਗਿਆ, ਤੇ ਇਹਦਾ ਮਤਲਬ UPA ਨੂੰ ਤਾਂ ਫੇਲ ਮੰਨ ਕੇ ਉਹਨੂੰ ਖਤਮ ਕਰਤਾ ਗਿਆ। ਉਹਨੂੰ ਖਤਮ ਇਹ ਵੀ ਹੋ ਸਕਦਾ ਕਿ ਇਹਦਾ ਨਾਮ UPA ਹੀ ਰਹਿਣ ਦਿੰਦੇ, ਜਿਵੇਂ ਮਹਿੰਦਰੂ ਜੀ ਦੱਸ ਰਹੇ ਨੇ ਕਿ ਇਹਦਾ ਗੱਠ ਜਿਹੜਾ ਇਸ ਤਰੀਕੇ ਨਾਲ ਬਣਾਇਆ ਗਿਆ ਸ਼ਾਇਦ NDA ਤੋਂ ਪ੍ਰਭਾਵਿਤ ਨੇ, ਜਾਂ ਜਿਵੇਂ ਇਹ ਸ਼ਰਾਰਤ ਹੋ ਸਕਦੀ ਹੈ ਕਿ ਇਸ ਤਰ੍ਹਾਂ ਦਾ ਨਾਂ ਰੱਖੋ ਕਿ ਸ਼ਾਇਦ ਮੋਦੀ ਜੀ ਨੂੰ ਇਹ ਕਹਿਣਾ ਪਵੇ ਜੀ ਵੀ ਇੰਡੀਆ ਜਿਹੜੇ ਆ ਉਹ ਇੰਡੀਆ ਵਾਲੇ ਗਲਤ ਕਰ ਰਹੇ ਆ, ਇੰਡੀਆ ਵਾਲੇ ਜਿਹੜੇ ਚੋਰ ਨੇ, ਇਸ ਤਰ੍ਹਾਂ ਦੀ ਕੋਈ ਗੱਲ ਬੋਲਣਗੇ ਤੇ ਜਿਹੜਾ ਉਹ ਇਹ ਜਾਊਗਾ ਕਿ ਹਾਂ ਇਹ ਭਾਰਤ ਦੇਸ਼ ਦੇ ਖਿਲਾਫ ਹੀ ਮੋਦੀ ਜੀ ਬੋਲ ਰਹੇ ਆ। ਪਰ ਕੀ ਲੱਗਦਾ ਕਿ ਇਹਨਾਂ ਦੀ ਇਸ ਹੁਸ਼ਿਆਰੀ ਦੇ ਵਿੱਚ ਜਿਹੜਾ ਉਹ ਮੋਦੀ ਜੀ ਫਸ ਜਾਣਗੇ, ਕਿਉਂਕਿ ਮੋਦੀ ਦਾ ਬਿਆਨ ਅੱਜ ਵੀ ਜਿਹੜਾ ਉਹ ਅਲੱਗ-ਅਲੱਗ ਤਰੀਕੇ ਨਾਲ ਗੱਲ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਆਪਣੀ ਦੁਕਾਨ ਖੋਲ ਬੈਠੇ ਨੇ ਭਾਰਤ ਦੀ ਬਦਹਾਲੀ ਲਈ ਜ਼ਿੰਮੇਵਾਰ ਲੋਕ। ਮੋਦੀ ਜੀ ਅੱਜ ਵੀ ਜਿਹੜੀ ਹੈ ਇਹ ਗੱਲ ਕਹਿ ਰਹੇ ਨੇ। ਤੇ ਦੂਜੇ ਪਾਸੇ ਆਪਾਂ ਗੱਲ ਕਰਦੇ ਹਾਂ ਕਿ ਇੰਡੀਆ ਦਾ ਜਿਹੜਾ ਪਹਿਲਾ ਸੰਕਲਪ ਲਿਆ, ਜਿਹੜੀ ਗੱਠਜੋੜ ਬਣਾਇਆ, ਉਹ ਕਹਿੰਦੇ ਅਸੀਂ ਜਾਤੀ ਜਨਗਣਨਾ ਕਰਾਵਾਂਗੇ, ਜਿਹਦੇ ਉੱਤੇ ਰੋਕ ਸੀ। ਤੇ ਦੂਜਾ ਕਹਿੰਦੇ ਇਤਿਹਾਸ ਦਾ ਜਿਹੜਾ ਪੁਨਰ ਲੇਖਣ ਆ ਉਹਦਾ ਵਿਰੋਧ ਕੀਤਾ ਜਾਊਗਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਕੇਜਰੀਵਾਲ ਜੀ ਇਹਦੇ 'ਚ ਇਸ ਮੌਕੇ ਤੇ ਕਹਿ ਰਹੇ ਨੇ ਕਿ ਮੋਦੀ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਪ੍ਰਾਪਰਟੀਆਂ ਵੇਚ ਦਿੱਤੀਆਂ ਜੀ, ਹਰ ਸੈਕਟਰ ਬਰਬਾਦ ਕਰ ਦਿੱਤਾ। ਦੂਜੇ ਪਾਸੇ ਮਮਤਾ ਬੈਨਰਜੀ ਦੀ ਗੱਲ ਕਰਦੇ ਆ, ਉਹ ਕਹਿ ਰਹੇ ਕਿ ਸੌਦੇਬਾਜ਼ੀ ਅਤੇ ਏਜੰਸੀਆਂ ਦੇ ਇਸਤੇਮਾਲ ਦੇ ਖਿਲਾਫ ਇੰਡੀਆ ਜਿੱਤੇਗਾ, ਭਾਜਪਾ ਹਾਰੇਗੀ। ਤੇ ਉਧਵ ਠਾਕਰੇ ਜੀ ਇਸ ਗੱਠਜੋੜ ਜਾ ਕੇ ਬੋਲਦੇ ਨੇ ਕਿ ਤਾਨਾਸ਼ਾਹੀ ਦੇ ਖਿਲਾਫ ਅਸੀਂ ਇਕੱਠੇ ਆ, ਇੱਕ ਵਿਅਕਤੀ ਅਤੇ ਇੱਕ ਪਾਰਟੀ ਜਿਹੜੀ ਆ ਉਹ ਸਾਰਾ ਦੇਸ਼ ਨਹੀਂ ਹੋ ਸਕਦਾ। ਤੇ ਉਸ ਤੋਂ ਅੱਗੇ ਕਾਂਗਰਸ ਦਾ ਪ੍ਰਧਾਨ ਜਿਹੜੇ ਖੜਗੇ ਜੀ, ਉਹ ਕਹਿ ਰਹੇ ਨੇ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਅਹੁਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ। ਤੇ ਕਾਂਗਰਸ ਦੇ ਇੱਕ ਹੋਰ ਲੀਡਰ ਵਿੱਚ ਇਹ ਗੱਲ ਕਹਿ ਰਹੇ ਨੇ, ਉਹਦਾ ਇਸ਼ਾਰਾ ਪਤਾ ਨਹੀਂ ਕਿਹੜੇ ਪਾਸੇ ਆ। ਉਹ ਕਹਿੰਦੇ ਇਹ ਦੱਸਣ ਦੀ ਲੋੜ ਹੀ ਨਹੀਂ ਹੈ ਕਿ ਕੌਣ ਜਿੱਤੇਗਾ, ਸਭ ਨੂੰ ਪਤਾ ਹੈ। ਕਿਵੇਂ ਦੇਖਦੇ ਹੋ ਜੀ ਸੰਧੂ ਸਾਹਿਬ? ਉਹ ਪੂਰੀ ਤਰ੍ਹਾਂ ਯਕੀਨਨ ਉਹ ਯਕੀਨ ਹੈ ਉਹਨਾਂ ਨੂੰ ਕਿ ਮੋਦੀ ਸਾਹਿਬ ਹੀ ਜਿੱਤਣਗੇ, ਇਹਦੇ 'ਚ ਕੋਈ ਦੋ ਰਾਵਾਂ ਹੀ ਨਹੀਂ ਹੈਗੇ, ਉਹ ਸਾਰਿਆਂ ਨੂੰ ਪਤਾ ਹੈ। ਦੇਖੋ, ਮੈਂ ਇੱਕ ਬੇਨਤੀ ਕਰਾਂ, ਇੱਕ ਵਾਰੀ ਇੱਕ ਪਹਾੜ ਸੀਗਾ ਤੇ ਚੂਹੇ ਇਕੱਠੇ ਹੋ ਗਏ, ਉਹਨਾਂ ਨੇ ਯੋਜਨਾ ਬਣਾਈ ਕਿ ਇਸ ਪਹਾੜ ਨੂੰ ਆਪਾਂ ਸੁੱਟ ਲੈਣਾ, ਤੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਪਰ ਇੱਕ ਚੀਜ਼ ਇਹ ਕਨਫਰਮ ਹੈ ਵੀ ਕਦੀ ਚੂਹਿਆਂ ਨੇ ਪਹਾੜ ਨਹੀਂ ਢਾਇਆ। ਤੇ ਇਹ ਜਿੰਨੇ ਮਰਜ਼ੀ ਇਕੱਠੇ ਹੋ ਜਾਣ, ਕਾਂਗਰਸ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇ ਲੇ, ਕਾਂਗਰਸ ਕਿਹੜੀ ਕੁਰਬਾਨੀ ਦੇ ਰਹੀ? ਕਾਂਗਰਸ ਨੂੰ ਆਪਣਾ ਵਜੂਦ ਪੂਰੀ ਤਰ੍ਹਾਂ ਪਤਾ ਹੈ ਕਿ ਅਸੀਂ ਪੂਰੀ ਤਰ੍ਹਾਂ ਹਿੰਦੁਸਤਾਨ ਚੋਂ ਨਕਾਰੇ ਜਾ ਚੁੱਕੇ ਹਾਂ। ਔਰ ਅੱਜ ਉਹ ਕੁਰਬਾਨੀਆਂ ਦੀ ਗੱਲ ਕਰ ਰਹੀ ਆ ਵੀ ਅਸੀਂ ਪ੍ਰਧਾਨ ਮੰਤਰੀ ਦੇ ਅਹੁਦੇ 'ਚ, ਪ੍ਰਧਾਨ ਮੰਤਰੀ ਦੇ ਤੁਹਾਡੇ ਖਾਬ 'ਚ ਵੀ ਨਹੀਂ ਆ ਸਕਦੀ ਉਹ ਵਾਲੀ ਪੋਸਟ ਹੋਣਾ, ਕਿਉਂਕਿ ਦੇਸ਼ ਨੇ ਤੁਹਾਨੂੰ ਨਕਾਰ ਦਿੱਤਾ ਵਾ। ਤੇ ਜਿਹੜੀ ਬਣੀ ਦੀ ਲੱਕੜ ਇਹਨਾਂ ਨੇ ਇਕੱਠੀ ਕਰ ਲਈ ਹੈ, ਉਹ ਸਾਰਿਆਂ ਦੀ ਡੱਪਲੀ ਅਲੱਗ-ਅਲੱਗ ਹੈ। ਉਹ ਇੱਕ ਪਲੇਟਫਾਰਮ ਤੇ ਅੱਜ 26 ਦੇ 26 ਦਲ ਇਕੱਠੇ ਹੋਏ ਨੇ ਤੇ 26 ਇੱਕ ਸੁਰ 'ਚ ਬੋਲ ਰਹੇ ਨੇ, ਤੇ 1 ਘੰਟੇ ਬਾਅਦ ਹੀ ਆਪਸ 'ਚ ਫਿਰ ਉਸੇ ਤਰ੍ਹਾਂ ਹੀ ਹੋ ਜਾਂਦੇ ਨੇ ਵੀ ਜਿੱਦਾਂ ਲਾਲੂ ਯਾਦਵ ਔਰ ਨਿਤਿਸ਼ ਕੁਮਾਰ ਇਹ ਹਮੇਸ਼ਾ ਹੀ ਲੜਦੇ ਆਏ ਨੇ। ਪਰ ਅੱਜ ਮੋਦੀ ਨੂੰ ਹਰਾਉਣ ਵਾਸਤੇ ਇੱਕ ਪਲੇਟਫਾਰਮ ਤੇ ਇਕੱਠੇ ਨੇ। ਉਧਵ ਠਾਕਰੇ ਜਿਨ੍ਹਾਂ ਦੀ ਇਹਨਾਂ ਦੇ ਨਾਲ ਵਿਚਾਰਧਾਰਾ ਕਿਲੋਮੀਟਰ ਤੱਕ ਕਿਤੇ ਨਹੀਂ ਰਲਦੀ, ਉਹ ਅੱਜ ਇਹਨਾਂ ਨਾਲ ਇਕੱਠੇ ਨੇ।
ਸਾਡੇ ਮਾਨਯੋਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ, ਜਿਹੜੇ ਕਿ ਪਤਾ ਨਹੀਂ ਕਿਹੜੀ ਸ਼ਖਸੀਅਤ ਦੇ ਮਾਲਕ ਨੇ, ਉਹਨਾਂ ਦਾ ਕੋਈ ਅੱਜ ਤੱਕ ਆਂਕਲਨ ਹੀ ਨਹੀਂ ਕਰ ਸਕਿਆ ਵੀ ਅਸਲ 'ਚ ਉਹਨਾਂ ਦੀ ਸ਼ਖਸੀਅਤ ਕੀ ਆ। ਉਹ ਵੀ ਅੱਜ ਇਹਨਾਂ ਦੇ ਨਾਲ ਰਲੇ ਹੋਏ ਨੇ, ਜਿਹੜੇ ਕਿ ਇਹਨਾਂ ਦੇ ਖਿਲਾਫ ਹਮੇਸ਼ਾ ਹੀ ਬੋਲਦੇ ਆਏ ਨੇ। ਮੈਂ ਅੱਜ ਵੀ ਮੈਨੂੰ ਯਾਦ ਹੈ ਕਿ ਕੇਜਰੀਵਾਲ ਸਾਹਿਬ ਦੀ ਜ਼ਬਾਨੀ ਸੀਗੀ ਜਿਹੜੀ ਭ੍ਰਸ਼ਟਾਚਾਰ ਦੀ ਜਨਮਦਾਤਾ ਆ ਉਹ ਕਾਂਗਰਸ ਹੀ ਹੈ, ਤੇ ਅੱਜ ਉਹਨਾਂ ਹੀ ਭ੍ਰਸ਼ਟਾਚਾਰੀਆਂ ਨੇ ਇਹਨਾਂ ਨੇ ਜੱਫੀ ਪਾ ਲਈ ਆ। ਤੇ ਫਿਰ ਇਹਨਾਂ ਦਾ ਸੰਵਿਧਾਨ ਤੇ ਇਹਨਾਂ ਦੇ ਸਿਧਾਂਤ ਕੀ ਨੇ ਇਹ ਲੋਕ ਸਮਝ ਜਾਣਗੇ। ਇਹ ਜਿਹੜਾ ਨਾਪਾਕ ਗਠਬੰਧਨ ਇਹਨਾਂ ਨੇ ਬਣਾਇਆ ਵਾ, ਇਹ ਬੜੇ ਬੁਰੇ ਤਰੀਕੇ ਨਾਲ ਹਿੰਦੁਸਤਾਨ ਇਹਨੂੰ ਰਿਜੈਕਟ ਕਰੇਗਾ। ਤੁਸੀਂ ਵੀ ਦੇਖੋਗੇ, ਅਸੀਂ ਵੀ ਦੇਖਾਂਗੇ। ਇਹ ਚੂਹੇ ਰਲ ਕੇ ਪਹਾੜ ਨਹੀਂ ਸੁੱਟ ਸਕਦੇ, ਪਹਾੜ ਹੀ ਰਹਿਣਾ ਵਾ ਤੇ ਚੂਹੇ ਰਹਿਣੇ ਨੇ। ਤੇ ਇਸ ਲਈ ਮੇਰਾ ਇਹ ਮੰਨਣਾ ਵਾ ਕਿ ਇਹ ਮੋਦੀ ਜੀ ਦੀ ਮਜ਼ਬੂਤੀ ਨੂੰ ਦਿਖਾ ਰਹੇ ਨੇ ਕਿ ਜਿੰਨੀ ਇਹਨਾਂ ਨੂੰ ਘਬਰਾਹਟ ਹੈ, ਜਿੰਨਾ ਇਹਨਾਂ ਨੇ ਸਿਰਫ ਇੱਕ ਏਜੰਡਾ ਬੰਨ ਲਿਆ ਕਿ ਸਿਰਫ ਮੋਦੀ ਨੂੰ ਕਿਸੇ ਤਰੀਕੇ ਢਾਲੋ, ਬਾਕੀ ਸਭ ਅਸੀਂ ਦੇਸ਼ ਨੂੰ ਬਾਅਦ ਚ ਲੁੱਟ ਲਾਂਗੇ। ਬਟ ਇੱਕ ਚੀਜ਼, ਇਹਨਾਂ ਦੇ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਗੇ। ਮੈਂ ਅੱਗੇ ਵੀ ਤੁਹਾਡੇ ਚੈਨਲ ਤੇ ਬੇਨਤੀ ਕੀਤੀ ਕਿ ਜਿਹੜਾ ਸ਼੍ਰੀ ਨਰਿੰਦਰ ਮੋਦੀ ਜੀ ਨੇ, ਇਹਨਾਂ ਦੇ ਉੱਤੇ ਪਰਮਾਤਮਾ ਦੀ ਕੋਈ ਵੱਖਰੀ ਕਿਰਪਾ ਜ਼ਰੂਰ ਚੱਲਦੀ ਪਈ ਆ, ਤਾਂ ਹੀ ਅੱਜ ਦੇਸ਼ ਵਰਲਡ ਲੈਵਲ ਤੇ ਮਜ਼ਬੂਤ ਹੋ ਰਿਹਾ ਵਾ। ਦੇਸ਼ ਦੀ ਮਜ਼ਬੂਤੀ, ਇਹ ਸਾਰਾ ਕੁਝ ਉਹਨਾਂ ਦੀ ਜਿਹੜੀ ਪਿਓਰਿਟੀ ਹੈ ਨਾ, ਸੱਚਾਈ ਜਿਹੜੀ ਆ, ਉਹਨੂੰ ਹਿੰਦੁਸਤਾਨ ਨੇ ਐਕਸੈਪਟ ਕਰ ਲਿਆ ਹੋਇਆ ਔਰ ਬੜੇ ਵੱਡੇ ਮਾਰਜਨ ਨਾਲ ਪਿਛਲੀ ਵਾਰੀ ਤੋਂ ਵੀ ਵੱਧ ਸੀਟਾਂ ਦੇ ਨਾਲ ਜਿਹੜਾ ਵਾ ਭਾਜਪਾ ਦੁਬਾਰਾ ਸਰਕਾਰ ਬਣਾਏਗੀ। ਇਹਨਾਂ ਦੇ ਜਿੰਨੇ ਵੀ ਨਾਪਾਕ ਇਰਾਦੇ ਨੇ ਸਾਰੇ ਹੀ ਅਸਤ ਵਿਅਸਤ ਹੋ ਜਾਣਗੇ। ਜੀ ਮਹਿੰਦਰ ਜੀ, ਇਹ ਤਾਂ ਮੁਕਾਬਲਾ ਬੜੇ ਦਿਲਚਸਪ ਲੈ ਆਂਦਾ ਕਮਰ ਮੰਜ਼ਲ ਜੀ ਨੇ। ਇਹ ਕਹਿੰਦੇ ਇੱਕ ਪਾਸੇ ਪਹਾੜ ਹੈ ਤੇ ਦੂਜੇ ਪਾਸੇ ਚੂਹੇ ਨੇ। ਕਿਵੇਂ ਦੇਖਦੇ ਹੋ? ਜੇ ਚੂਹੇ ਕੀ ਸੱਚਮੁੱਚ ਚੂਹੇ ਮੰਨ ਲਿਆ ਜਾਊਗਾ? ਦੂਜੇ ਪਾਸੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹਨੂੰ ਆਪਾਂ ਦੇਖੀਏ। ਇੱਕ ਪਾਸੇ ਤਾਂ ਬੰਗਲੌਰ ਦੇ ਵਿੱਚ 26 ਧਿਰਾਂ ਇਕੱਠੀਆਂ ਹੋ ਕੇ ਗੱਠਜੋੜ ਦੀ ਗੱਲ ਕਰ ਰਹੀਆਂ ਨੇ, ਤੇ ਦੂਜੇ ਪਾਸੇ ਉਹਦੇ ਜਿਹੜੇ ਪ੍ਰਮੁੱਖ ਭਾਈਵਾਲ ਨੇ, ਆਮ ਆਦਮੀ ਪਾਰਟੀ ਤੇ ਨਾਲ ਦੀ ਨਾਲ ਕਾਂਗਰਸ ਪਾਰਟੀ। ਇਹਨਾਂ ਦੇ ਵਿੱਚ ਕਹਿੰਦੇ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਇੱਕਮਤ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆ ਗਿਆ ਕਿ ਪੰਜਾਬ ਵਿੱਚ ਜਿਹੜੀ ਕਾਂਗਰਸ ਆ ਉਹ ਕੱਲੀ ਚੋਣਾਂ ਲੜੂਗੀ, ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਊਗਾ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਪਹਿਲੇ ਸੱਤਾ 'ਚ ਰਹੀ ਹੈ, ਉਹਨੂੰ ਇਸ ਵੇਲੇ ਅਗਰ ਸਭ ਤੋਂ ਵੱਡਾ ਖਤਰਾ ਕੋਈ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹੀ ਹੈ। ਕਿਉਂਕਿ ਇਹਨਾਂ ਦੇ ਵੱਡੇ ਜਿਹੜੇ ਲੀਡਰ ਨੇ ਉਹ ਸਾਰੇ ਵਿਜੀਲੈਂਸ ਦੇ ਰਾਹੀਂ ਰਡਾਰ ਦੇ ਲੈ ਕੇ ਉਹਨਾਂ 'ਚ ਕੁਝ ਜੇਲ੍ਹਾਂ 'ਚ ਸੁੱਟ ਦਿੱਤੇ ਨੇ, ਕੁਝ ਨੂੰ ਸੁੱਟਣ ਦੀ ਜਿਹੜੀ ਆ ਤਿਆਰੀ ਕਰ ਰਹੀ ਹੈ। ਤੇ ਜਿਹੜੇ ਉਪ ਮੁੱਖ ਮੰਤਰੀ ਸੋਨੀ ਵਰਗੇ ਜਿਹੜੇ ਆ ਫਸੇ ਫਿਰਦੇ ਨੇ, ਤੇ ਇਸ ਤੋਂ ਇਲਾਵਾ ਹੋਰ ਵੱਡੇ ਜਿਹੜੇ ਮੰਤਰੀ ਉਹ ਫਸੇ ਫਿਰਦੇ ਨੇ। ਤਾਂ ਕੀ ਲੱਗਦਾ ਪੰਜਾਬ ਦੇ ਵਿੱਚ ਕੀ ਸਮੀਕਰਨ ਬੈਠੂਗਾ? ਕੀ ਲੋਕ ਸਭਾ ਚੋਣਾਂ ਤੱਕ ਕੀ ਹਾਲਾਤ ਬਣਦੇ ਨਜ਼ਰ ਆਉਂਦੇ? ਦੇਖੋ ਸੰਧੂ ਸਾਹਿਬ, ਜੇ ਗੱਲ ਕਰੀਏ ਪ੍ਰੈਕਟੀਕਲ ਇਸ ਗੱਲ ਦੀ, ਤਾਂ ਬੜਾ ਸਪਸ਼ਟ ਜਿਹੜਾ ਆ ਉਹ ਨਜ਼ਰ ਆ ਰਿਹਾ ਕਿ ਅਗਰ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਆਮਨੇ ਸਾਹਮਣੇ ਰਹਿਣਗੇ ਔਰ ਆਮ ਆਦਮੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ, ਆਮ ਆਦਮੀ ਪਾਰਟੀ ਦੇ ਸੁਪਰੀਮੋ, ਜੋ ਪੰਜਾਬ ਦੇ ਲੋਕਾਂ ਨਾਲ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦੇ ਕਰਕੇ ਗਏ ਸੀ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ, ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ, ਤਾਂ ਫਿਰ ਤਾਂ ਇਹਨਾਂ ਨੂੰ ਆਮਨੇ ਸਾਹਮਣੇ ਰਹਿ ਕੇ ਹੀ ਕਾਰਵਾਈ ਕਰਨੀ ਪਊਗੀ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਪੈਣਗੇ। ਤੇ ਜੇ ਇਹ ਆਮਨੇ ਸਾਹਮਣੇ ਹੋਣ ਦੀ ਬਜਾਏ ਇੱਕ ਦੂਸਰੇ ਦੇ ਨਾਲ ਇਹਨਾਂ ਨੇ ਗੱਲ ਵਕੜੀ ਪਾ ਲਈ, ਚਾਹੇ ਉਹ ਕਿਸੇ ਵੀ ਸ਼ੇਪ ਦੇ ਵਿੱਚ ਪਾ ਲੈਣ, ਚਾਹੇ ਅੰਦਰੂਨੀ ਪਾ ਲੈਣ ਤੇ ਚਾਹੇ ਬਾਹਰੋਂ ਪਾ ਲੈਣ, ਤਾਂ ਫਿਰ ਇਹ ਪੰਜਾਬ ਦੇ ਲੋਕਾਂ ਨੂੰ ਨਾ ਤਾਂ ਇਨਸਾਫ ਮਿਲ ਸਕੇਗਾ ਤੇ ਨਾ ਹੀ ਪੰਜਾਬ ਦੇ ਵਿੱਚ ਕੋਈ ਖੁਸ਼ਹਾਲੀ ਆ ਸਕੇਗੀ ਤੇ ਨਾ ਹੀ ਪੰਜਾਬ ਕਦੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋ ਸਕੇਗਾ। ਕਿਉਂਕਿ ਫਿਰ ਲਿਪਾਪੋਤੀ ਹੋਏਗੀ, ਅੰਦਰੂਨੀ ਤੌਰ ਦੇ ਉੱਤੇ ਜਿਹੜੇ ਸਹੀ ਫੈਸਲੇ ਨਹੀਂ ਆਣਗੇ, ਅੰਦਰੂਨੀ ਤੌਰ ਦੇ ਉੱਤੇ ਸਹੀ ਜਾਂਚ ਨਹੀਂ ਹੋਏਗੀ, ਤੇ ਇਸ ਕਰਕੇ ਫਿਰ ਇਹ ਔਖਾ ਹੋ ਜਾਏਗਾ। ਇਸੇ ਤਰ੍ਹਾਂ ਹੋਰ ਵੀ ਸਟੇਟਾਂ ਦੇ ਵਿੱਚ ਹੋਏਗਾ, ਕਿਉਂਕਿ ਇਹ ਪਾਰਟੀਆਂ ਉਹ ਪਾਰਟੀਆਂ ਰਹਿ ਚੁੱਕੀਆਂ ਨੇ ਪਹਿਲਾਂ, ਜਿਹੜੀਆਂ ਜਾਂ ਤਾਂ ਸੱਤਾ ਦੇ ਵਿੱਚ ਇਸ ਟਾਈਮ ਮੌਜੂਦ ਨੇ ਜਾਂ ਫਿਰ ਸੱਤਾਧਾਰੀ ਰਹਿ ਚੁੱਕੀਆਂ ਨੇ। ਤੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਨਾਲ ਮੈਂ ਸਮਝਦਾ ਕਿ ਦੂਸਰੀਆਂ ਪਾਰਟੀਆਂ ਦਾ ਤਾਲਮੇਲ ਜ਼ਿਆਦਾਤਰ ਨਹੀਂ ਬੈਠ ਸਕੇਗਾ, ਕਿਉਂਕਿ ਕੇਜਰੀਵਾਲ ਜੀ
ਔਰ ਭਗਵੰਤ ਮਾਨ ਜੀ ਨੇ ਜੋ ਗੱਲਾਂ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਰਿਵਾਇਤੀ ਪਾਰਟੀਆਂ ਦੇ ਨਾਲ ਤਾਲਮੇਲ 'ਚ ਨਹੀਂ ਬੈਠ ਸਕਦੀਆਂ, ਕਿਉਂਕਿ ਇਹਨਾਂ ਨੇ ਇੱਕ ਨਵੀਂ ਰਾਜਨੀਤੀ ਦੀ ਦਿਸ਼ਾ ਦੇਣ ਦੀ ਗੱਲ ਕੀਤੀ ਸੀ। ਇਹਨਾਂ ਨੇ ਇੱਕ ਨਵੇਂ ਤਰੀਕੇ ਨਾਲ ਰਾਜਨੀਤੀ ਕਰਨ ਦੀ ਗੱਲ ਕੀਤੀ ਸੀ। ਅਗਰ ਇਹ ਪੁਰਾਣੀਆਂ ਹੀ ਰਾਜਨੀਤੀ ਦੀਆਂ ਰਿਵਾਇਤੀ ਪਾਰਟੀਆਂ ਦੇ ਨਾਲ ਜੁੜ ਜਾਣਗੇ ਔਰ ਉਹਨਾਂ ਦੇ ਰੰਗ ਦੇ ਵਿੱਚ ਰੰਗ ਜਾਣਗੇ ਤਾਂ ਫਿਰ ਉਹ ਕੋਈ ਦੂਰ ਨਹੀਂ ਹੈ ਦਿਨ ਕਿ ਆਮ ਆਦਮੀ ਪਾਰਟੀ ਨੂੰ ਵੀ ਲੋਕ ਜਿਹੜੀ ਹੈ ਉਸੇ ਤਰ੍ਹਾਂ ਦੀ ਨਜ਼ਰ ਦੇ ਨਾਲ ਦੇਖਣ ਲੱਗ ਜਾਣਗੇ ਜਿਸ ਤਰ੍ਹਾਂ ਦੀ ਨਜ਼ਰ ਨਾਲ ਪਹਿਲਾਂ ਦੇਖਦੇ ਆ ਰਹੇ ਨੇ। ਕੰਵਰ ਮੰਜ਼ਲ ਜੀ, ਇੱਕ ਪਾਸੇ ਤਾਂ ਭਗਵੰਤ ਮਾਨ ਜੀ ਜਿਹੜੇ ਆ ਸਮੁੱਚੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹਨੂੰ ਵਿਜੀਲੈਂਸ ਬਿਊਰੋ ਦੇ ਜਿਹੜਾ ਪਿੰਜਰੇ ਦੇ ਵਿੱਚ ਪਾਈ ਫਿਰਦੇ ਨੇ, ਤੇ ਦੂਜੇ ਪਾਸੇ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹਨਾਂ ਨੂੰ ਜੱਫੀਆਂ ਪਾਈ ਫਿਰਦੇ ਨੇ। ਇਹਨਾਂ ਦੋਵਾਂ ਨੂੰ ਕਿਵੇਂ ਦੇਖਦੇ ਹੋ? ਕੀ ਹਾਲਾਤ ਬਣ ਗਏ ਪੰਜਾਬ ਦੇ? ਤੇ ਹੁਣ ਤੋਂ ਮੁਕਰਨਾ ਤਾਂ ਸ਼ੁਰੂ ਹੋ ਗਿਆ, ਪੰਗਾ ਤਾਂ ਪੈਣਾ ਸ਼ੁਰੂ ਹੋ ਗਿਆ। ਬਾਜਵਾ ਸਾਹਿਬ ਵੱਡੇ ਕੱਦ ਦੇ ਲੀਡਰ ਨੇ, ਸਾਬਕਾ ਮੰਤਰੀ ਨੇ, ਤੇ ਉਹਨਾਂ ਦਾ ਵੀ ਬਿਆਨ ਆ ਗਿਆ ਕਿ ਭਾਈ ਇਸ ਤਰ੍ਹਾਂ ਦੀ ਗੱਲ ਜਿਹੜੀ ਸਾਡੀ ਨਹੀਂ ਬਣਦੀ ਨਜ਼ਰਾਂ ਦੀ। ਕੀ ਬਣੂਗਾ ਕਾਂਗਰਸ ਦਾ? ਕੀ ਬਣੂ ਪੰਜਾਬ 'ਚ ਇਹਨਾਂ ਦੇ ਗੱਠਜੋੜ ਦਾ? ਸੰਧੂ ਸਾਹਿਬ, ਇਹ ਜਿਹੜਾ ਗੱਠਜੋੜ ਹੋ ਰਿਹਾ ਨਾ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਇਹਦੇ 'ਚ ਕੋਈ ਸਿਧਾਂਤ ਨਹੀਂ, ਕੋਈ ਡਿਵੈਲਪਮੈਂਟ ਮਾਡਲ ਨਹੀਂ। ਇਹਦੇ 'ਚ ਸਿਰਫ ਇੱਕ ਏਜੰਡਾ ਵਾ ਕਿ ਨਰਿੰਦਰ ਮੋਦੀ ਵਰਗੇ ਹਾਥੀ ਨੂੰ ਅਸੀਂ ਸੁੱਟਣਾ ਕਿਵੇਂ ਆ। ਇਹ ਕੀੜੀਆਂ ਰਲ ਕੇ ਉਹ ਪ੍ਰਯੋਜਨ ਕਰ ਰਹੀਆਂ ਨੇ। ਮੈਂ ਤੁਹਾਨੂੰ ਬੇਨਤੀ ਕਰਦੇ ਆ, ਇਹ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਬੜੀ ਵਿਲੱਖਣ ਤੇ ਬੜੀ ਨਵੇਕਲੀ ਰੀਤ ਮਰਿਆਦਾਵਾਂ ਵਾਲੀ ਪਾਰਟੀ ਆਪਣੇ ਆਪ ਨੂੰ ਕਹਿਣ ਵਾਲੀ ਜਿਹੜੀ ਪਾਰਟੀ ਆ, ਇਹ ਬਿਲਕੁਲ ਵੀ ਉਹਨਾਂ ਚੀਜ਼ਾਂ ਦੇ ਉੱਤੇ ਖਰੇ ਨਹੀਂ ਉਤਰ ਰਹੇ। ਇਹ ਹਰ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਉਪੇਖਿਆ ਲੋਕਾਂ ਨੇ ਇਹਨਾਂ ਤੋਂ ਨਹੀਂ ਕੀਤੀ, ਔਰ ਇਹ ਸੱਚ ਦਾ ਪਹਿਰਾ ਦੇ ਕੇ, ਆਪਣਾ ਸੱਚ ਦਾ ਹੋਕਾ ਦੇ ਕੇ ਆਉਣ ਵਾਲੀ ਪਾਰਟੀ ਆ ਜਿਹੜੀ ਕਿ ਬਿਲਕੁਲ ਹੀ ਝੂਠ ਸਾਬਤ ਹੋ ਰਹੀ ਆ। ਅਗਰ ਜਿਹੜੀ ਕਾਂਗਰਸ ਨੂੰ ਇਹ ਗਾਲਾਂ ਕੱਢ ਕੇ ਸਰਕਾਰ 'ਚ ਆਏ ਨੇ ਤੇ ਉਸੇ ਕਾਂਗਰਸ ਨੇ ਜੱਫੀ ਪਾ ਲੈਂਦੇ ਨੇ, ਤੇ ਇਹਨਾਂ ਦਾ ਸਿਧਾਂਤ ਇੱਥੋਂ ਹੀ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਸਿਧਾਂਤ ਕੀ ਆ ਤੇ ਕੀ ਇਹਨਾਂ ਤੋਂ ਤੁਸੀਂ ਉਪੇਖਿਆ ਕਰ ਸਕਦੇ ਜੇ ਤੁਹਾਡੇ ਆਉਣ ਵਾਲੇ ਸਮੇਂ 'ਚ ਕਿੰਨੇ ਕੁ ਇਮਾਨਦਾਰ ਹੋਣਗੇ। ਔਰ ਇਮਾਨਦਾਰੀ ਤੇ ਇੱਥੋਂ ਹੀ ਨਜ਼ਰ ਆ ਜਾਂਦੀ ਵੀ ਜਿਹਨੂੰ ਅਸੀਂ ਫੜ ਅੰਦਰ ਦੇਣੇ, ਜਿਨ੍ਹਾਂ ਨੂੰ ਅਸੀਂ ਗਾਲਾਂ ਕੱਢ ਰਹੇ, ਜਿਨ੍ਹਾਂ ਨੂੰ ਮਾੜਾ ਚੰਗਾ ਬੋਲ ਰਹੇ ਨੇ, ਉਹਨਾਂ ਨਾਲ ਹੀ ਜੱਫੀਆਂ ਪਾਈ ਜਾਂਦੇ ਆ ਤੇ ਫਿਰ ਸਿਧਾਂਤ ਤੇ ਕਿਤੇ ਰਹਿ ਹੀ ਨਹੀਂ ਗਿਆ। ਔਰ ਇਹ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਠੱਗੀ ਵੱਜੀ ਆ ਬੜੀ ਵੱਡੀ, ਜਿਹਦਾ ਖਮਿਆਜਾ ਅਸੀਂ ਲੋਕ ਅੱਜ ਭੁਗਤ ਰਹੇ ਆ। ਔਰ ਅਗਰ ਇਹ ਗਠਬੰਧਨ, ਚਲੋ ਇਹਨਾਂ ਨੇ ਤੇ ਕਰ ਹੀ ਲਿਆ, ਅਗਰ ਤੇ ਮਗਰ ਵਾਲੀ ਤੇ ਕੋਈ ਗੱਲ ਰਹਿ ਹੀ ਨਹੀਂ ਕਿ ਹੁਣ ਇਹਨਾਂ ਨੇ ਜਦੋਂ 26 ਪਾਰਟੀਆਂ ਰਲ ਕੇ ਇੱਕ ਬਾਹਾਂ 'ਚ ਬਾਹਾਂ ਪਾ ਕੇ ਬਾਹਾਂ ਖੜੀਆਂ ਕਰ ਦਿੱਤੀਆਂ, ਇਹਨਾਂ ਦਾ ਗਠਬੰਧਨ ਹੋ ਚੁੱਕਾ। ਪਰ ਇਹ ਮੇਰਾ ਇਹ ਮੰਨਣਾ ਕਿ ਸਿੱਧਾ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਧੋਖਾ ਆ, ਇੱਕ ਠੱਗੀ ਕਿ ਹੋਈ ਆ ਪੰਜਾਬੀਆਂ ਦੇ ਨਾਲ, ਜਿਹੜਾ ਕਿ 2024 ਦੇ ਵਿੱਚ ਪੰਜਾਬੀਆਂ ਨੂੰ ਦੁਬਾਰਾ ਮੌਕਾ ਮਿਲ ਰਿਹਾ ਇਹਨਾਂ ਠੱਗਾਂ ਨੂੰ ਉਹਦਾ ਮੂੰਹ ਤੋੜ ਜਵਾਬ ਦੇਣ ਦਾ। ਮਹਿੰਦਰੋ ਜੀ, ਜਦੋਂ ਗੱਲ ਗੱਠਜੋੜ ਦੀ ਚੱਲ ਰਹੀ ਆ, ਕੇਂਦਰ ਦੇ ਵਿੱਚ ਮੋਦੀ ਨੂੰ ਹਰਾਉਣ ਲਈ ਤਾਂ ਗੱਠਜੋੜ ਹੋ ਰਿਹਾ, ਪਰ ਪੰਜਾਬ ਦੇ ਵਿੱਚ ਜਿਹੜੀ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਉਹਦੇ ਨਾਲ ਗੱਠਜੋੜ ਕਰਨ ਤੋਂ ਇਨਕਾਰੀ ਹੈ ਕਾਂਗਰਸ ਪਾਰਟੀ। ਤੇ ਦੂਜੇ ਪਾਸੇ ਗੱਲ ਕरें ਅਕਾਲੀ ਭਾਜਪਾ ਗੱਠਜੋੜ, ਬੜੀ ਚਰਚਾ ਕੀਤੀ ਸੀ। ਇਹ ਜਿਹੜੀ ਗੱਲ ਉਭਾਰੀ ਵੀ ਕਾਂਗਰਸ ਪਾਰਟੀ ਨੇ ਸੀ ਕਿ ਜੀ ਲਓ ਜੀ ਇਹਦਾ ਮੁੜ ਕੇ ਇਕੱਠੇ ਹੋਣ ਜਾ ਰਹੇ ਆ, ਗੱਠਜੋੜ ਹੋਣ ਜਾ ਰਿਹਾ। ਪਰ ਜਿਹੜੇ ਨਵੇਂ ਸਮੀਕਰਨ ਜਿਹੜੇ ਉਹਨਾਂ ਨੂੰ ਕਿਵੇਂ ਦੇਖਦੇ ਹੋ? ਹੁਣ ਖਬਰ ਆ ਗਈ ਹੈ ਕਿ ਵਿਜੇ ਸਾਂਪਲਾ ਜੀ ਜਿਹੜੇ ਨੇ ਕੇਂਦਰ ਦੇ ਵਿੱਚ ਵੱਡੇ ਮੰਤਰਾਲੇ ਦੇ ਜਿਹੜੇ ਜ਼ਿੰਮੇਵਾਰ ਨੇ, ਚੇਅਰਮੈਨ ਨੇ, ਹੁਣ ਕਹਿੰਦੇ ਉਹਨਾਂ ਦਾ ਵੀ ਅਸਤੀਫਾ ਦਵਾ ਕੇ ਉਹਨਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਜਾਖੜ ਜੀ ਦੇ ਨਾਲ ਸਰਗਰਮ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ। ਵੱਡਾ ਦਲਿਤ ਚਿਹਰਾ ਨੇ, ਕੀ ਇਸ ਤਰ੍ਹਾਂ ਦੀ ਗੱਲ ਕਿੰਨੀ ਸੱਚਾਈ ਜਾਪਦੀ ਹੈ? ਜੇ ਏਦਾਂ ਹੋ ਜਾਂਦਾ ਤਾਂ ਕੀ ਫਰਕ ਪਊ ਬੀਜੇਪੀ ਨੂੰ? ਫਿਰ ਅਕਾਲੀ ਬੀਜੇਪੀ ਗੱਠਜੋੜ ਦਾ ਕੀ ਬਣੂ? ਸੰਧੂ ਸਾਹਿਬ, ਇਸ ਅਸਤੀਫੇ ਦੇ ਪਿੱਛੇ ਹਾਲੇ ਜਿਹੜੇ ਕਿਆਸ ਲਗਾਏ ਜਾ ਰਹੇ ਨੇ ਉਹ ਇਹੀ ਹੈ ਜੋ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦੇ ਵੱਲੋਂ ਸ਼੍ਰੀ ਵਿਜੇ ਸਾਂਪਲਾ ਜੀ ਦਾ ਅਸਤੀਫਾ ਇਸ ਲਈ ਦਵਾਇਆ ਗਿਆ ਕਿ ਬਈ ਉਹਨਾਂ ਨੂੰ ਪੰਜਾਬ ਦੇ ਵਿੱਚ ਸ਼੍ਰੀ ਸੁਨੀਲ ਜਾਖੜ ਜੀ ਦੇ ਨਾਲ ਲਾ ਕੇ, ਤੇ ਦੋਨੋਂ ਤਜਰਬੇਕਾਰ ਨੇਤਾ ਨੇ ਔਰ ਦੋਨਾਂ ਦਾ ਜਨਤਾ ਦੇ ਵਿੱਚ ਬਹੁਤ ਵੱਡੇ ਅਕਸ ਨੇ ਦੋਨਾਂ ਦੇ, ਕਿ ਇਹ ਜਨਤਾ ਦੇ ਵਿੱਚ ਜਾ ਕੇ ਆਪਣਾ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਕਿ 2024 ਦੀ ਜਿਹੜੀ ਲੋਕ ਸਭਾ ਆ ਉਸ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਇਹ ਬੜੀ ਪਰਪੱਕ ਜਿਹੜੀ ਬਣ ਕੇ ਸਾਹਮਣੇ ਆਏਗੀ। ਕਿਆਸ ਹਾਲੇ ਤੱਕ ਇਹੀ ਲਗਾਏ ਜਾ ਰਹੇ ਨੇ, ਲੇਕਿਨ ਕੇਂਦਰ ਸਰਕਾਰ ਦੇ ਵੱਲੋਂ ਜਾਂ ਬੀਜੇਪੀ ਦੇ ਵੱਲੋਂ ਹਜੇ ਤੱਕ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਘੋਸ਼ਣਾ ਨਹੀਂ ਕੀਤੀ ਗਈ ਹੈਗੀ ਕਿ ਇਹ ਅਸਤੀਫਾ ਦੇਣ ਦੇ ਪਿੱਛੇ
ਕੀ ਕਾਰਨ ਹੈ ਕਿ यही कारण है जो ਅਸੀਂ ਕਿਆਸ ਲਗਾਏ ਜਾ ਰਹੇ हैं ਜਾਂ ऐसा कोई ਹੋਰ ਕਾਰਨ ਹੈ। ਦੂਸਰੀ ਗੱਲ ਚੱਲ ਰਹੀ ਸੀ ਜਿਸ ਤਰ੍ਹਾਂ ਦੂਸਰੀ ਗੱਲ ਚੱਲ ਰਹੀ ਸੀ, ਹਾਂਜੀ ਕਰੋ ਗੱਲ ਕੀ ਕੰਪਲੀਟ ਕਰੋ ਆਪਣੀ ਗੱਲ। ਮੈਂ ਕਿਹਾ ਦੂਸਰੀ ਗੱਲ ਚੱਲ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਆਮ ਆਦਮੀ ਪਾਰਟੀ ਦਾ ਸੰਗਠਨ ਕੀਤਾ ਸੀ ਤੇ ਉਸ ਟਾਈਮ ਦੇ ਉੱਤੇ ਲੋਕਾਂ ਨਾਲ ਉਹਨਾਂ ਨੇ ਇਹ ਵਾਅਦੇ ਕੀਤੇ ਸੀ ਕਿ ਮੈਂ ਇੱਕ ਰਾਜਨੀਤੀ ਦੀ ਨਵੀਂ ਦਿਸ਼ਾ ਔਰ ਦਸ਼ਾ ਜਿਹੜੀ ਹੈ ਉਹ ਸਾਹਮਣੇ ਲੈ ਕੇ ਆਵਾਂਗੇ ਔਰ ਲੋਕਾਂ ਦੇ ਵਿੱਚ ਐਸੇ ਲੋਕ ਜਿਹੜੇ ਆ ਇਮਾਨਦਾਰ ਉਹਨਾਂ ਨੂੰ ਸਾਹਮਣੇ ਲੈ ਕੇ ਆਵਾਂਗੇ ਕਿ ਹਿੰਦੁਸਤਾਨ ਦੇ ਵਿੱਚ ਔਰ ਜਿਸ ਸਟੇਟ ਦੇ ਵਿੱਚ ਵੀ ਅਸੀਂ ਜਾਵਾਂਗੇ ਅਸੀਂ ਕਿਸੇ ਵੀ ਪੁਰਾਣੀ ਪਾਰਟੀ ਦੇ ਨਾਲ ਜਾਂ ਉਹਨਾਂ ਦੇ ਲੀਡਰਸ ਨੂੰ ਲੈ ਕੇ ਅਸੀਂ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਗਠਬੰਧਨ ਨਹੀਂ ਕਰਾਂਗੇ, ਕਿਉਂਕਿ ਅਸੀਂ ਇੱਕ ਸਾਫ਼ ਸੁਥਰੀ ਜਿਹੜੀ ਹੈ ਰਾਜਨੀਤੀ ਲੋਕਾਂ ਨੂੰ ਦੇਵਾਂਗੇ। ਪਰ ਪਤਾ ਨਹੀਂ ਕਿਉਂ ਅਰਵਿੰਦ ਕੇਜਰੀਵਾਲ ਜੀ ਅਗਰ ਜਿਸ ਤਰੀਕੇ ਨਾਲ ਗੱਲ ਕਰਕੇ ਆਏ ਸੀ ਅਗਰ ਉਸੇ ਤਰੀਕੇ ਨਾਲ ਚੱਲਦੇ ਤਾਂ ਸ਼ਾਇਦ ਥੋੜਾ ਸਮਾਂ ਜ਼ਰੂਰ ਲੱਗਦਾ, ਲੇਕਿਨ ਇਹਨਾਂ ਦੀ ਪਾਰਟੀ ਦਾ ਉਭਾਰ ਬਹੁਤ ਅੱਛਾ ਹੁੰਦਾ। ਜਿੱਦਾਂ ਦਿੱਲੀ ਨੂੰ ਡਿਵੈਲਪ ਕੀਤਾ ਹੈ ਦੱਸਦੇ ਆ, ਪੰਜਾਬ ਨੂੰ ਡਿਵੈਲਪ ਕਰਦੇ, ਇਸੇ ਤਰ੍ਹਾਂ ਹੌਲੀ ਚੱਲਦਾ ਤਾਂ ਜ਼ਿਆਦਾ ਅੱਛਾ ਰਹਿੰਦਾ। ਲੇਕਿਨ ਇਹ ਤੇਜ਼ੀ ਦੇ ਵਿੱਚ ਕੇਂਦਰ ਤੱਕ ਪਹੁੰਚਣ ਦੀ, ਪ੍ਰਧਾਨ ਮੰਤਰੀ ਤੱਕ ਦੀ ਕੁਰਸੀ ਤੱਕ ਪਹੁੰਚਣ ਦੀ ਜਿਹੜੀ ਮੈਂ ਸਮਝਦਾ ਇਹਨਾਂ ਦੀ ਸੋਚ ਹੈ ਉਹ ਜ਼ਿਆਦਾ ਤੇਜ਼ੀ ਦੇ ਕਾਰਨ ਫਿਰ ਉਹਨਾਂ ਲੋਕਾਂ ਦਾ ਵੀ ਨਾਲ ਸਾਥ ਲੈਣਾ ਪੈ ਰਿਹਾ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਰਾਜਨੀਤੀ ਸ਼ੁਰੂ ਕੀਤੀ ਸੀ, ਜਿਨ੍ਹਾਂ ਦੇ ਕਹਿਣ ਦੇ ਉੱਤੇ ਰਾਜਨੀਤੀ ਦੇ ਵਿੱਚ ਆਏ ਸੀ। ਮੈਂ ਸਮਝਦਾ ਕਿ ਇਹ ਇੱਕ ਗਲਤ ਟਰੈਕ ਬੰਦਾ ਜਾ ਰਿਹਾ ਜੋ ਕਿ ਲੋਕ ਵਿਚਾਰ ਕਰਨਗੇ ਕਿ ਇਸ ਦੇ ਵਿੱਚ ਕੀ ਇਹ ਸਾਹਮਣੇ ਲੈ ਕੇ ਆਉਂਦੇ। ਜੀ ਕਮਰਮੰਜ਼ਲ ਜੀ, ਤੁਸੀਂ ਵੀ ਬੀਜੇਪੀ ਦਾ ਅੰਗ ਹੋ, ਤੁਸੀਂ ਵੀ ਬੜੀਆਂ ਖਬਰਾਂ ਰੱਖਦੇ ਹੋ, ਪਰ ਗੱਲ ਇਹ ਕਿ ਤੁਸੀਂ ਕਿਵੇਂ ਦੇਖਦੇ ਹੋ? ਹਾਲੇ ਤੱਕ ਅਸਤੀਫਾ ਤੇ ਨਹੀਂ ਆਇਆ ਸਾਂਪਲਾ ਜੀ ਦਾ, ਪਰ ਚਰਚਾ ਚੱਲ ਰਹੀ ਹੈ। ਕੁਝ ਅਖਬਾਰਾਂ ਦਾ ਪਿਛਲੇ 3-4 ਦਿਨ ਤੋਂ ਲਗਾਤਾਰ ਲਿਖਦੀਆਂ ਆ ਰਹੀਆਂ ਨੇ ਕਿ ਸਾਂਪਲਾ ਨੂੰ ਕੋਈ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਉਹਨਾਂ ਨੂੰ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ 'ਚ ਸਰਗਰਮ ਮੁੜ ਤੋਂ ਕੀਤਾ ਜਾ ਸਕਦਾ। ਰਾਸ਼ਟਰੀ ਐਸਟੀ ਕਮਿਸ਼ਨ ਦੇ ਚੇਅਰਮੈਨ ਵਜੋਂ ਜਿਹੜੀ ਉਹਨਾਂ ਦੀ ਭੂਮਿਕਾ ਆ ਉਹਨੂੰ, ਔਰ ਜਿਹੜੀ ਪੰਜਾਬ ਦੀ ਰਾਜਨੀਤੀ ਆ ਮੌਜੂਦਾ ਜਿਹੜੇ ਹਾਲਾਤ ਬਦਲੇ ਨੇ ਜਾਖੜ ਸਾਹਿਬ ਦੇ ਪ੍ਰਧਾਨ ਬਣਨ ਤੋਂ ਬਾਅਦ, ਕੀ ਲੱਗਦਾ ਕਿ ਸਾਂਪਲਾ ਸਾਹਿਬ ਉੱਤੇ ਅਗਰ ਏਦਾਂ ਦਾ ਦਾ ਖੇਡਿਆ ਜਾਵੇ ਤੇ ਉਹ ਕਿੰਨਾ ਕੁ ਮਾਕੂਲ ਬੈਠਦਾ ਜਾਪਦਾ, ਕਿੰਨਾ ਕੁ ਚੰਗਾ ਲੱਗਦਾ ਇਹ, ਤੇ ਕਿਸ ਤਰ੍ਹਾਂ ਦੇ ਸਮੀਕਰਨ ਬਣਦੇ ਨਜ਼ਰ ਆਉਣਗੇ ਬੀਜੇਪੀ ਦੇ? ਸੰਧੂ ਸਾਹਿਬ, ਸ਼੍ਰੀ ਵਿਜੇ ਸਾਂਪਲਾ ਜੀ ਆਲਰੇਡੀ ਪਹਿਲਾਂ ਪੰਜਾਬ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ, ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ, ਕੇਂਦਰ 'ਚ ਵਜ਼ੀਰ ਵੀ ਰਹਿ ਚੁੱਕੇ ਨੇ। ਮੌਜੂਦਾ ਉਹ ਐਸਸੀ ਕਮਿਸ਼ਨ ਦੇ, ਕੌਂਸਟੀਟਿਊਸ਼ਨਲ ਕਮਿਸ਼ਨ ਦੇ ਹਿੰਦੁਸਤਾਨ ਦੇ ਚੇਅਰਮੈਨ ਮੌਜੂਦਾ ਨੇ ਇਸ ਟਾਈਮ। ਤੇ ਸੂਤਰਾਂ ਤੋਂ ਇਹ ਖਬਰਾਂ ਆ ਰਹੀਆਂ ਕਿ ਉਹ ਬੜੀ ਜਲਦੀ ਰਿਜ਼ਾਈਨ ਦੇ ਕੇ ਪੰਜਾਬ ਦੀ ਰਾਜਨੀਤੀ 'ਚ ਸਰਗਰਮ ਹੋ ਜਾਣਗੇ, ਕਿਉਂਕਿ ਕੌਂਸਟੀਟਿਊਸ਼ਨਲ ਪੋਸਟ ਦੇ ਉੱਤੇ ਰਹਿੰਦਿਆਂ ਤੁਸੀਂ ਰਾਜਨੀਤਿਕ ਗਤੀਵਿਧੀਆਂ ਵਿੱਚ ਡਾਇਰੈਕਟਲੀ ਮੂਵ ਨਹੀਂ ਕਰ ਸਕਦੇ, ਤੇ ਉਹਦੇ ਲਈ ਉਹਨਾਂ ਨੂੰ ਰਿਜ਼ਾਈਨ ਉੱਥੋਂ ਦੇਣਾ ਹੀ ਪੈਣਾ ਵਾ। ਉਹ ਰਿਜ਼ਾਈਨ ਦੇ ਕਰਕੇ ਪੰਜਾਬ ਦੀ ਰਾਜਨੀਤੀ 'ਚ ਪੂਰੀ ਤਰ੍ਹਾਂ ਸਰਗਰਮ ਹੋ ਜਾਣਗੇ, ਜੋ ਸੂਤਰਾਂ ਤੋਂ ਗੱਲਾਂ ਸਾਹਮਣੇ ਆ ਰਹੀਆਂ ਨੇ। ਔਰ ਮੇਰਾ ਇਹ ਮੰਨਣਾ ਵਾ ਕਿ ਦਲਿਤ ਸਮਾਜ ਦੇ ਵਿੱਚ ਜਿਹੜੇ ਵਿਜੇ ਸਾਂਪਲਾ ਜੀ ਨੇ ਉਹ ਇੱਕ ਬੜਾ ਰਸੂਖ ਰੱਖਦੇ ਨੇ। ਆਪਣੇ ਚੇਅਰਮੈਨ ਦੀ ਪੋਸਟ ਰਹਿੰਦੇ ਆ, ਮੰਤਰੀ ਦੀ ਪੋਸਟ ਐਜ਼ ਏ ਮੈਂਬਰ ਪਾਰਲੀਮੈਂਟ, ਐਜ਼ ਏ ਬੀਜੇਪੀ ਪ੍ਰਧਾਨ, ਉਹਨਾਂ ਨੇ ਦਲਿਤ ਸਮਾਜ ਵਾਸਤੇ ਬੜੇ ਵੱਡੇ ਉਪਰਾਲੇ ਕੀਤੇ ਨੇ, ਕੰਮ ਕੀਤੇ ਨੇ। ਔਰ ਜਿਨ੍ਹਾਂ ਦਾ ਲਾਹਾ ਲੈਣ ਵਾਸਤੇ ਪਾਰਟੀ ਇਹ ਚਾਹੇਗੀ ਕਿ ਉਹਨਾਂ ਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚ, ਐਕਟਿਵ ਪੋਲਿਟਿਕਸ ਦੇ ਵਿੱਚ ਲਿਆ ਕਰਕੇ ਪੰਜਾਬ ਦੀ ਜਿਹੜੀਆਂ ਸੀਟਾਂ ਨੇ ਉਹ ਵੱਧ ਤੋਂ ਵੱਧ ਅਸੀਂ ਜਿੱਤ ਸਕੀਏ। ਉਹਦੇ ਲਈ ਹਰ ਪਾਰਟੀ ਦਾ ਹੱਕ ਹੈ ਔਰ ਰਾਈਟ ਵੀ ਬਣਦਾ, ਔਰ ਉਹਦੇ ਵਾਸਤੇ ਉਹ ਬਹੁਤ ਜ਼ਿਆਦਾ ਕਾਰਗਰ ਸਾਬਤ ਹੋਣਗੇ। ਦਲਿਤ ਸਮਾਜ ਦੇ ਵਿੱਚ ਇੱਕ ਅੱਛੀ ਪੈਂਟ ਰੱਖਦੇ ਨੇ ਵਿਜੇ ਸਾਂਪਲਾ ਜੀ, ਜਿਹਦਾ ਕਿ ਪਾਰਟੀ ਨੂੰ ਸਿੱਧੇ ਤੌਰ ਦੇ ਉੱਤੇ ਫਾਇਦਾ ਹੋਣ ਵਾਲਾ ਆ। ਆਪਾਂ ਗੱਲ ਕਰ ਰਹੇ ਸੀ ਕੇਜਰੀਵਾਲ ਸਾਹਿਬ ਦੀ, ਮੈਂ ਉਹਨਾਂ ਦੀ ਉਹ ਇੱਕ ਇਮਾਨਦਾਰੀ ਦੀ ਮੂਰਤ ਨੇ, ਸੱਚ ਦਾ ਉਹ ਮੁਜੱਸਮਾ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ। ਜਦੋਂ ਅੰਨਾ ਹਜ਼ਾਰੇ ਜੀ ਦੇ ਨਾਲ ਉਹਨਾਂ ਦੀ ਮੂਵਮੈਂਟ ਦੇ ਵਿੱਚ ਸੀਗੇ ਤੇ ਉਹਨਾਂ ਨੇ ਉਦੋਂ ਕਸਮਾਂ ਖਾਧੀਆਂ ਸੀ ਕਿ ਮੈਂ ਕभी ਇਲੈਕਸ਼ਨ ਨਹੀਂ ਲੜੂੰਗਾ, ਕभी ਪਾਰਟੀ ਨਹੀਂ ਬਣਾਉਂਗਾ। ਉਹ ਵੀ ਉਹਨਾਂ ਨੇ ਨਹੀਂ ਬਣਾਈ, ਇਲੈਕਸ਼ਨ ਵੀ ਨਹੀਂ ਲੜੀ। ਫਿਰ ਉਹਨਾਂ ਨੇ ਕਿਹਾ ਮੈਂ ਕभी किसी के साथ गठबंधन नहीं करूंगा। ਜਦੋਂ ਵੀ ਉਹਨਾਂ ਦੀ ਥੋੜੇ ਦਿਨਾਂ ਦੀ ਸਰਕਾਰ ਦਿੱਲੀ 'ਚ ਬਣੀ ਉਦੋਂ ਉਹਨਾਂ ਨੇ ਕਾਂਗਰਸ ਨਾਲ ਗਠਬੰਧਨ ਕਰ ਲਿਆ ਸੀ। ਉਹ ਇੱਕ ਚੀਜ਼ ਆਪਾਂ ਸਮਝ ਲਈਏ ਕਿ ਉਹ ਸ਼ਖਸੀਅਤ ਐਸੀ ਆ, ਉਹ ਜੋ ਕਹਿੰਦੇ ਨੇ ਉਹਦੇ ਤੋਂ ਉਲਟ ਹੀ ਕਰਦੇ ਨੇ। ਇਹ ਅਰਵਿੰਦ ਕੇਜਰੀਵਾਲ ਜੀ ਦੀ ਸ਼ਖਸੀਅਤ ਹੈ। ਜਿੱਥੋਂ ਤੱਕ ਮੈਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ, ਅੱਜ ਤੱਕ ਉਹਨਾਂ ਨੇ ਜਿੰਨੇ ਵੀ ਐਲਾਨ ਕੀਤੇ ਨੇ ਉਹਨਾਂ ਦਾ ਪੁੱਠਾ ਹੀ ਕੀਤਾ, ਸਿੱਧਾ ਉਹਨਾਂ ਨੇ ਉਸ ਚੀਜ਼ ਨੂੰ ਇੰਪਲੀਮੈਂਟ ਨਹੀਂ ਕੀਤਾ, ਉਹਦਾ ਉਲਟਾ ਰੁਖ ਦਿਖਾਇਆ।
ਤੇ ਮੇਰਾ ਇਹ ਮੰਨਣਾ ਵਾ ਕਿ ਜਿਹੜਾ 26 ਦਲਾਂ ਦਾ ਨਵਾਂ ਗਠਬੰਧਨ ਦਲਦਲ ਤਿਆਰ ਹੋਇਆ ਵਾ ਉਹਦਾ ਵੀ ਨਿਸਤੋ ਨਬੂਤ ਕਰਨ ਵਾਲੀ ਜਿਹੜੀ ਸ਼ਖਸੀਅਤ ਹੋਏਗੀ ਉਹ ਅਰਵਿੰਦ ਕੇਜਰੀਵਾਲ ਹੀ ਹੋਣਗੇ। ਜੀ ਇੱਕ ਗੱਲ ਜ਼ਰੂਰ ਕਮਰ ਮੰਜ਼ਲ ਜੀ ਸਾਡੇ ਸਰੋਤਿਆਂ ਨੂੰ ਦੱਸ ਦਿਓ ਕਿ ਜੇ ਵਿਜੇ ਸਾਂਪਲਾ ਜੀ ਜਿਹੜੇ ਆ ਉਹ ਪੰਜਾਬ ਦੇ ਵਿੱਚ ਲਿਆਂਦੇ ਜਾਣਗੇ ਤੇ ਹਾਲੇ ਨਵੇਂ ਪ੍ਰਧਾਨ ਚੁਣੇ ਨੇ ਸੁਨੀਲ ਜਾਖੜ ਜੀ, ਉਹਨਾਂ ਦੇ ਬਰਾਬਰ, ਉਹਨਾਂ ਦੇ ਨਾਲ, ਉਹਨਾਂ ਦੇ ਉੱਪਰ ਕੇ ਉਹਨਾਂ ਦੇ ਥੱਲੇ ਕਿਹੋ ਜਿਹੀ ਭੂਮਿਕਾ ਜਿਹੜੀ ਹੈ ਉਹ ਸਾਂਪਲਾ ਸਾਹਿਬ ਦੀ ਹੋ ਸਕਦੀ ਹੈ ਜਿਹਦੇ ਨਾਲ ਇਹ ਲੱਗੇ ਕਿ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਜਿਹੜੇ ਰਲ ਕੇ ਜਿਹੜੇ ਆ ਲੋਕ ਸਭਾ ਚੋਣਾਂ ਦੇ ਵਿੱਚ ਘੱਟੋ ਘੱਟ ਪੰਜਾਬ ਦਾ ਬੇੜਾ ਜਿਹੜਾ ਜ਼ਰੂਰ ਪਾਰ ਕਰ ਦਿੰਦੇ। ਕੀ ਰਹਿ ਰਿਹਾ ਸੰਧੂ ਸਾਹਿਬ ਇਹ ਤਾਂ ਪਾਰਟੀ ਹਾਈ ਕਮਾਂਡ ਤੈਅ ਕਰੇਗੀ ਵੀ ਉਹਨਾਂ ਨੂੰ ਕੀ ਜ਼ਿੰਮੇਵਾਰੀ ਦੇਣੀ ਆ, ਬਟ ਉਹ ਪੰਜਾਬ ਦੀ ਬੀਜੇਪੀ ਦਾ ਬਹੁਤ ਵੱਡਾ ਚਿਹਰਾ ਨੇ। ਉਹ ਆਪਣੇ ਆਪ ਦੇ ਵਿੱਚ ਹੀ ਇੱਕ ਹਸਤੀ ਨੇ। ਅਵਿਨਾਸ਼ ਰਾਏ ਖੰਨਾ ਜੀ ਹੋ ਗਏ, ਸਾਂਪਲਾ ਜੀ ਹੋ ਗਏ, ਇਹ ਉਹ ਸ਼ਖਸੀਅਤਾਂ ਨੇ ਜਿਹੜੀਆਂ ਬੜੀਆਂ ਵੱਡੀਆਂ ਸ਼ਖਸੀਅਤਾਂ ਨੇ ਔਰ ਇਹਦੇ ਚ ਉਹਦੇ ਮਾਇਨੇ ਨਹੀਂ ਰੱਖਦੇ। ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਜਾਏਗੀ ਔਰ ਬੀਜੇਪੀ ਦਾ ਇੱਕ ਕਲਚਰ ਹੈ ਇੱਥੇ ਜਿਹੜਾ ਇੱਕ ਆਮ ਕਾਰਜਕਰਤਾ ਵਾ ਉਹ ਵੀ ਓਨਾ ਹੀ ਪਾਵਰਫੁਲ ਹੈ ਜਿੰਨਾ ਕਿ ਪੰਜਾਬ ਦਾ ਪ੍ਰਧਾਨ ਪਾਵਰਫੁਲ ਹੈ। ਇਸ ਲਈ ਅਹੁਦਿਆਂ ਦੀ ਇਹਦੇ ਚ ਬਹੁਤੀ ਸਮੀਖਿਆ ਨਹੀਂ ਕੀਤੀ ਜਾਂਦੀ ਕਿ ਤੁਹਾਡੇ ਕੋਲ ਅਹੁਦਾ ਕੀ ਹੈ। ਅੱਜ ਮੈਂ ਸਿਰਫ ਕਾਰਜਕਰਤਾ ਹਾਂ ਪਾਰਟੀ ਦਾ, ਪਰ ਲੇਕਿਨ ਮੈਂ ਆਪਣੀ ਰਿਸਪੌਂਸਿਬਿਲਟੀ ਨੂੰ ਸਮਝਦਾ ਹਾਂ ਤੇ ਮੈਂ ਉਹਨੂੰ ਨਿਭਾਉਣਾ ਹਾਂ। ਇਹ ਪਾਰਟੀ ਦਾ ਸਿਧਾਂਤ ਹੈ, ਇਹਦੇ ਵਿੱਚ ਉਹਦੇ ਪਾਰਟ ਟਾਈਮ ਹੁੰਦੇ ਨੇ। ਅੱਜ ਮੈਂ ਪ੍ਰੈਜ਼ੀਡੈਂਟ ਹਾਂ, ਕੱਲ ਮੈਂ ਕਾਰਜਕਰਤਾ ਹੋਵਾਂਗਾ। ਇਸ ਲਈ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਬੀਜੇਪੀ ਦੇ ਵਿੱਚ ਵੀ ਅਹੁਦਾ ਕੀ ਹੋਏਗਾ ਉਹਨਾਂ ਕੋਲ। ਹਾਂ, ਉਹ ਬਹੁਤ ਵੱਡੇ ਕੱਦ ਦੇ ਲੀਡਰ ਨੇ, ਪੰਜਾਬ ਦੀ ਰਾਜਨੀਤੀ ਵਾਸਤੇ ਉਹ ਬੜਾ ਵੱਡਾ ਇੱਕ ਰਾਮਬਾਣ ਸਾਬਤ ਹੋਣਗੇ। ਜੀ ਮਹਿੰਦਰੂ ਜੀ, ਕੀ ਲੱਗਦਾ ਸਾਂਪਲਾ ਜੀ ਦੀ ਔਰ ਜਾਖੜ ਜੀ ਦੀ ਜਿਹੜੀ ਜੋੜੀ ਆ ਉਹ ਕਿਸ ਤਰ੍ਹਾਂ ਦੀ ਸਾਬਤ ਹੋਏਗੀ? ਕਿਹੋ ਜਿਹਾ ਪ੍ਰਭਾਵ ਜਿਹੜਾ ਪੰਜਾਬ 'ਚ ਜਾਏਗਾ ਅਗਰ ਸਾਂਪਲਾ ਜੀ ਨੂੰ ਵੀ ਨਾਲ ਲਿਆ ਕੇ ਉਤਾਰਿਆ ਜਾਂਦਾ? ਪੰਜਾਬੀ ਕਿਵੇਂ ਦੇਖਣਗੇ ਇਸ ਜੋੜੀ ਨੂੰ? ਸਾਂਪਲਾ ਜੀ ਦਾ ਬਹੁਤ ਵੱਡਾ ਜਿਹੜਾ ਆਪਣਾ ਪੰਜਾਬ ਦੇ ਵਿੱਚ ਉਹਨਾਂ ਦਾ ਸਰਕਲ ਹੈ, ਨਾ ਕਿ ਪੰਜਾਬ ਦੇ ਵਿੱਚ ਹੀ, ਇਸ ਟਾਈਮ ਉਹਨਾਂ ਦਾ ਪੂਰੇ ਰਾਸ਼ਟਰ ਦੇ ਵਿੱਚ ਜਿਹੜਾ ਆ ਇੱਕ ਬਹੁਤ ਵੱਡਾ ਜਿਹੜਾ ਉਹਨਾਂ ਦਾ ਕੱਦ ਹੈ। ਔਰ ਪੰਜਾਬ ਦੇ ਉਹ ਪੁਰਾਣੇ ਵਸਨੀਕ ਨੇ, ਇਹ ਪੁਰਾਣੇ ਪੰਜਾਬ ਦੇ ਵਿੱਚ ਉਹਨਾਂ ਦੀ ਰਾਜਨੀਤੀ ਨਾਲ ਜ਼ਮੀਨੀ ਪੱਧਰ ਦੇ ਉੱਤੇ ਜੁੜੇ ਹੋਏ ਨੇ। ਤੇ ਅਗਰ ਜਾਖੜ ਸਾਹਿਬ ਦੇ ਨਾਲ ਸਾਂਪਲਾ ਜੀ ਦੀ ਜੋੜੀ ਬਣਦੀ ਹੈ ਪੰਜਾਬ ਦੇ ਵਿੱਚ ਤਾਂ ਮੈਂ ਸਮਝਦਾ ਕਿ ਦੋਨੋਂ ਹੀ ਤਜਰਬੇਕਾਰ ਨੇਤਾ ਨੇ ਔਰ ਇਹ ਦੋਨੋਂ ਹੀ ਆਪਣੀ ਵਧੀਆ ਜੋੜੀ ਦੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆ ਕੇ ਪੰਜਾਬ ਦੇ ਵਿੱਚ, ਕਿਉਂਕਿ ਸਮਾਂ ਘੱਟ ਹੈ, ਕੰਮ ਜ਼ਿਆਦਾ ਹੈ, ਤਾਂ ਸ਼ਾਇਦ ਇਸੇ ਕਰਕੇ ਬੀਜੇਪੀ ਹਾਈਕਮਾਨ ਇਸ ਲੈਵਲ ਤੇ ਸੋਚ ਰਹੇ ਹੋਏਗੀ ਕਿ ਵੀ ਜਾਖੜ ਸਾਹਿਬ ਦੇ ਨਾਲ ਕਿਸੇ ਐਸੇ ਇੱਕ ਤਜਰਬੇਕਾਰ ਵੱਡੇ ਲੀਡਰ ਨੂੰ ਲਗਾ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਅਗਰ ਇਕੱਲੇ ਤੌਰ ਦੇ ਉੱਤੇ ਇਲੈਕਸ਼ਨ ਲੜਨੇ ਆ ਔਰ ਜਿੱਤਨੇ ਆ ਤੇ ਫਿਰ ਉਸ ਦੇ ਲਈ ਉਸ ਤਰੀਕੇ ਨਾਲ ਕੰਮ ਕਰਨਾ। ਔਰ ਪੰਜਾਬ ਦੇ ਵਿੱਚ ਦਲਿਤ ਬਹੁ ਗਿਣਤੀ ਹੈ ਤੇ ਉਸ ਨੂੰ ਵੀ ਨਾਲ ਕਵਰ ਕਰਨਾ। ਤੇ ਇਸ ਕਰਕੇ ਮੈਂ ਸਮਝਦਾ ਕਿ ਇਹ ਜਾਤ ਪਾਤ ਤੋਂ ਉੱਠ ਕੇ ਬੀਜੇਪੀ ਜਿਹੜੀ ਹੈ ਹੁਣ ਉਹ ਆਪਣਾ ਪੰਜਾਬ ਦੇ ਵਿੱਚ ਇਕੱਲੇ ਤੌਰ ਦੇ ਉੱਤੇ ਪੈਰ ਜਮਾਉਣ ਦੀ ਪੂਰੀ ਤਿਆਰੀ ਦੇ ਵਿੱਚ ਹੈ ਤੇ ਉਸੇ ਤਰ੍ਹਾਂ ਨਾਲ ਇਹ ਕੰਮ ਕਰ ਰਹੇ ਆ। ਤੇ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਅੱਛਾ ਰਿਜ਼ਲਟ ਲੈ ਕੇ ਸਾਹਮਣੇ ਆਏਗੀ ਔਰ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਨੂੰ ਅਗਰ ਕੋਈ ਟੱਕਰ ਦੇਗੀ ਪਾਰਟੀ ਤਾਂ ਉਹ ਬੀਜੇਪੀ ਹੀ ਪੰਜਾਬ ਦੇ ਵਿੱਚ ਦੇਗੀ। ਐਸੀ ਪ੍ਰਸਥਿਤੀਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ। ਕਮਰ ਮੰਜ਼ਲ ਜੀ, ਅਖਬਾਰਾਂ ਤਾਂ ਵਿਸ਼ਲੇਸ਼ਣ ਕਰ ਰਹੀਆਂ ਨੇ ਆਪਣੇ ਢੰਗ ਨਾਲ, ਕਿਉਂਕਿ ਜ਼ਮੀਨੀ ਹਕੀਕਤ ਦੀ ਗੱਲ ਕਰੀਏ, ਹਾਲਾਂਕਿ ਸਾਡੇ ਪੰਜਾਬ ਦੇ ਵਿੱਚ ਜਾਤੀ ਸਮੀਕਰਨਾਂ ਦੇ ਆਧਾਰ ਤੇ ਵੋਟਾਂ ਬਹੁਤ ਘੱਟ ਪੈਂਦੀਆਂ ਨੇ, ਪਰ ਅਖਬਾਰਾਂ ਕਹਿੰਦੀਆਂ ਨੇ ਕਿ ਕਿਉਂਕਿ ਦਲਿਤ ਵਰਗ ਵੱਡਾ ਆ, ਇੱਕ ਵਰਗ ਵੱਡਾ ਦਲਿਤ ਸਮਾਜ ਨਾਲ ਜੁੜਿਆ ਹੋਇਆ ਐਸਸੀ ਵਰਗ ਹੈ, ਤੇ ਕਹਿੰਦੇ ਐਸਸੀ ਲੀਡਰ ਹੋਵੇ ਤੇ ਉਹ ਲੀਡਰ ਹੋਵੇ ਜਿਹਦਾ ਇੱਥੋਂ ਦੇ ਹਿੰਦੂ ਜੀ ਜਿਹੜੇ ਸਨਮਾਨ ਕਰਦੇ ਹਨ, ਹਿੰਦੂ ਜਿਹੜਾ ਵਰਗ ਆ ਉਹਦੇ ਵਿੱਚ ਵੀ ਸਨਮਾਨ ਹੋਵੇ ਤੇ ਸਿੱਖਾਂ ਦੇ ਵਿੱਚ ਵੀ ਸਨਮਾਨ ਹੋਵੇ। ਤੇ ਜਾਖੜ ਸਾਹਿਬ ਨੂੰ ਇਹ ਦੋ ਵਰਗਾਂ ਦੇ ਵਿੱਚ ਸਮਝਿਆ ਜਾਂਦਾ ਕਿ ਸਿੱਖਾਂ ਦੇ ਵਿੱਚ ਔਰ ਹਿੰਦੂ ਵਰਗ ਦੇ ਵਿੱਚ ਉਹਨਾਂ ਦਾ ਜਿਹੜਾ ਵਧੀਆ ਪ੍ਰਭਾਵ ਆ, ਤੇ ਸਾਂਪਲਾ ਜੀ ਨੂੰ ਦਲਿਤ ਵਰਗ ਵਿੱਚ ਸਮਝਿਆ ਜਾ ਰਿਹਾ ਕਿ ਵਧੀਆ ਪ੍ਰਭਾਵ ਆ। ਤੇ ਇਹਨਾਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਇੱਕ ਵਿਸ਼ਵਾਸ ਹੈ ਇਹਨਾਂ ਦੋਨਾਂ ਲੀਡਰਾਂ ਦੇ ਉੱਤੇ। ਕੀ ਲੱਗਦਾ ਇਸ ਸਮੀਕਰਨ ਦੇ ਉੱਤੇ ਖਰੇ ਉਤਰਨਗੇ ਦੋਨੇ ਲੀਡਰ? ਸੰਧੂ ਸਾਹਿਬ, ਜਿਹੜੇ ਜਾਖੜ ਸਾਹਿਬ ਨੇ ਉਹ ਬੜੇ ਹੀ ਕੀ ਕਹਿੰਦੇ ਗੁੱਝੇ ਸਿਆਸਤਦਾਨ ਨੇ ਔਰ ਮੈਂ ਇਹ ਉਮੀਦ ਕਰਦਾ ਹਾਂ ਕਿ ਅਗਰ ਸਾਂਪਲਾ ਔਰ ਜਾਖੜ ਜੀ ਦੀ ਜੋੜੀ ਜਿਹੜੀ ਆ ਇਹ ਪੰਜਾਬ ਦੇ ਵਿੱਚ ਨਿੱਤਰਦੀ ਆ ਤੇ ਇਹਦੇ ਬੜੇ ਸਾਰਥਕ ਰਿਜ਼ਲਟ ਆਉਣਗੇ। ਔਰ ਪੰਜਾਬ ਦੇਖੋ, ਮੈਂ ਇੱਕ ਬੇਨਤੀ ਕਰਾਂ, ਇਹ ਪੰਜਾਬ ਦੀ ਫਰਸਟ੍ਰੇਸ਼ਨ ਸੀ, ਪੰਜਾਬ ਇੱਕ ਬਦਲਾਵ ਲੱਭ ਰਿਹਾ ਸੀਗਾ
ਮੇਰਾ ਇਹ ਸ਼ੁਰੂ ਤੋਂ ਹੀ ਮੰਨਣਾ ਰਿਹਾ ਕਿ ਭਾਜਪਾ ਪੰਜਾਬ ਵਾਸਤੇ ਸਭ ਤੋਂ ਉੱਤਮ ਬਦਲਾਵ ਸੀਗੀ। ਪਰ ਚਲੋ ਪਰਿਸਥਿਤੀਆਂ ਐਸੀਆਂ ਸੀ, ਉਦੋਂ ਹਾਲਾਤ ਐਸੇ ਸੀ, ਕਿਸਾਨੀ ਅੰਦੋਲਨ ਦਾ ਨਵਾਂ ਪ੍ਰਕੋਪ ਸੀ ਜਾਂ ਜੋ ਵੀ ਕਹਿ ਸਕਦੇ ਆ, ਤੇ ਭਾਜਪਾ ਜਿਹੜੀ ਉਸ ਲੈਵਲ ਦੇ ਉੱਤੇ ਸਥਾਪਿਤ ਨਹੀਂ ਹੋ ਸਕੀ। ਬਟ ਉਹ ਸਾਰੀਆਂ ਚੀਜ਼ਾਂ ਹੁਣ ਪਿੱਛੇ ਲੰਘ ਚੁੱਕੀਆਂ ਨੇ। ਜਿਹੜਾ ਲੋਕਾਂ ਨੇ ਗਲਤੀ ਕੀਤੀ ਉਹਦਾ ਰਿਜ਼ਲਟ ਵੀ ਅੱਜ ਪੰਜਾਬ ਦੀ ਜਨਤਾ ਭੁਗਤ ਰਹੀ ਹੈ। ਤੇ ਮੇਰਾ ਇਹ ਮੰਨਣਾ ਕਿ ਸ਼ਾਇਦ ਕੰਵਰ ਮੰਜ਼ਲ ਜੀ ਦਾ ਜਿਹੜਾ ਉਹ ਜੀ ਮੰਜ਼ਲ ਸਾਹਿਬ ਆ ਗਏ? ਨਹੀਂ, ਆਵਾਜ਼ ਨਹੀਂ ਆਈ ਤੁਹਾਡੀ ਮੰਜ਼ਲ ਸਾਹਿਬ। ਮੈਨੂੰ ਲੱਗਦਾ ਕਿ ਇੰਟਰਪਟ ਹੋ ਗਿਆ, ਵਿੱਚ ਕਾਲ ਵਗੈਰਾ ਆ ਗਈ ਹੋਣੀ ਤੁਹਾਨੂੰ, ਤੇ ਦੁਬਾਰਾ ਜਾਂ ਤੇ ਜੁਆਇਨ ਕਰ ਲਓ, ਕਿਉਂਕਿ ਆਪਣਾ ਹੁਣ ਪ੍ਰੋਗਰਾਮ ਦਾ ਸਮਾਂ ਹੋ ਚੁੱਕਾ ਤੇ ਆਪਾਂ ਛੇਤੀ ਫਿਰ ਆਪਾਂ ਰਵਾਨਗੀ ਵੀ ਲੈਣੀ ਹੈ, ਕਿਉਂ ਦਰਸ਼ਕਾਂ ਨੇ ਵੀ ਸਾਰੇ ਆਪਣੇ ਕੰਮ ਕਾਰ ਨਵੇੜਨੇ ਹੁੰਦੇ। ਸਾਰੇ ਕੰਮ ਛੱਡ ਕੇ ਸਾਡੇ ਦਰਸ਼ਕ ਜਿਹੜੇ ਬੈਠ ਜਾਂਦੇ ਨੇ ਕਿ ਸਾਡੀ ਗੱਲਬਾਤ ਜਿਹੜੀ ਆ ਉਹ ਕਿਹੜਾ ਰੁਖ ਅਖਤਿਆਰ ਕਰਦੀ ਹੈ। ਤੇ ਲੱਗਦਾ ਜਿਵੇਂ ਮਹਿੰਦਰੂ ਜੀ ਗੱਲ ਕਰ ਰਹੇ ਸੀਗੇ ਹੁਣੇ ਕੰਵਰ ਮੰਜ਼ਲ ਜੀ, ਕਿ ਇਹਦਾ ਇੱਕ ਬਹੁਤ ਅੱਛਾ ਇਫੈਕਟ ਜਿਹੜਾ ਪੰਜਾਬ ਦੇ ਵਿੱਚ ਜਾਣ ਦੀ ਉਮੀਦ ਹੈ। ਕੀ ਲੱਗਦਾ? ਹਾਂਜੀ ਮੰਜ਼ਲ ਸਾਹਿਬ ਆ ਜਾਓ। ਸਰ, ਮੈਂ ਉਹ ਬੇਨਤੀ ਕਰ ਰਿਹਾ ਸੀ ਕਿ ਜਿਹੜੀ ਜੋੜੀ ਆ ਪੰਜਾਬ ਦੇ ਵਿੱਚ ਬੜੀ ਸਾਰਥਕ ਭੂਮਿਕਾ ਨਿਭਾਏਗੀ, ਔਰ ਪੰਜਾਬ ਨੂੰ ਅੱਜ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹਦੇ ਵਾਸਤੇ ਮੇਰਾ ਇਹ ਮੰਨਣਾ ਕਿ ਇੱਕੋ ਇੱਕ ਲੋੜੀਂਦਾ ਵਿਕਲਪ ਹੈ, ਉਹ ਸਿਰਫ ਤੇ ਸਿਰਫ ਭਾਜਪਾ ਆ। ਭਾਜਪਾ ਦੇ ਆਇਆ ਹੀ ਪੰਜਾਬ ਦੀ ਤਰੱਕੀ ਸੰਭਵ ਹੋ ਸਕਦੀ ਹੈ, ਕਿਉਂਕਿ ਭਾਜਪਾ ਦਾ ਏਜੰਡਾ, ਭਾਜਪਾ ਦੀ ਸੋਚ ਜਿਹੜੀ ਆ ਉਹ ਵਿਕਾਸ ਪੱਖੀ ਹੈ। ਔਰ ਜਿਸ ਤਰ੍ਹਾਂ ਦੇਸ਼ ਬੁਲੰਦੀਆਂ ਛੂਹ ਰਿਹਾ, ਮੈਂ ਇੱਕ ਬੇਨਤੀ ਕਰਾਂਗਾ, ਜਿੰਨੇ ਵੀ ਭਾਜਪਾ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦਾ ਗਰੋਥ ਜਿਹੜੀ ਆ ਬੜੀ ਤੇਜ਼ੀ ਨਾਲ ਹੋਈ ਆ। ਆਪਾਂ ਉੱਤਰ ਪ੍ਰਦੇਸ਼ ਦੀ ਐਗਜ਼ਾਮਪਲ ਦੇ ਲਈਏ, ਆਪਾਂ ਗੁਜਰਾਤ ਦੀ ਦੇ ਲਈਏ, ਮੱਧ ਪ੍ਰਦੇਸ਼ ਦੀ ਦੇ ਲਈਏ, ਤੇ ਮੇਰਾ ਇਹ ਮੰਨਣਾ ਹੈ ਕਿ ਜਿਸ ਦਿਨ ਭਾਜਪਾ ਪੰਜਾਬ ਦੇ ਵਿੱਚ ਐਜ਼ ਏ ਮਤਲਬ ਕਿ ਰਾਜ ਸਰਕਾਰ ਦੇ ਰੂਪ ਦੇ ਵਿੱਚ ਪ੍ਰਬੰਧਨ ਦੇ ਵਿੱਚ ਆ ਜਾਏਗੀ, ਪੰਜਾਬ ਦੀ ਸਰਕਾਰ ਭਾਜਪਾ ਦੀ ਬਣ ਜਾਏਗੀ, ਪੰਜਾਬ ਜਿਹੜਾ ਵਾ ਉਹ ਜਿੰਨੀਆਂ ਸਾਨੂੰ ਪਾਰਟੀਆਂ ਨੇ ਪਛਾਣ ਸੁੱਟਿਆ ਸੀ ਉਹ ਸਾਰੀਆਂ ਕਮੀਆਂ ਨੂੰ ਦੂਰ ਕਰਦੇ ਹੋਏ ਮੇਰਾ ਇਹ ਮੰਨਣਾ ਵਾ ਸੰਧੂ ਸਾਹਿਬ, ਸਾਡੇ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਕਮੀ ਚੱਲ ਰਹੀ ਆ। ਮੇਰਾ ਇਹ ਮੰਨਣਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਨੇ, ਬਟ ਜਿਹੜੀ ਸਾਡੀ ਲੋਕਲ ਲੀਡਰਸ਼ਿਪ ਆ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਆ, ਉਹਨਾਂ ਦੀ ਇੱਛਾ ਸ਼ਕਤੀ 'ਚ ਮੈਨੂੰ ਕਮੀ ਮਹਿਸੂਸ ਹੁੰਦੀ ਆ। ਅਗਰ ਤਾਲਮੇਲ ਬਣਾਇਆ ਜਾਵੇ ਤਾਂ ਅੱਜ ਵੀ ਮੋਦੀ ਸਾਹਿਬ ਪੰਜਾਬ ਵਾਸਤੇ ਬਹੁਤ ਕੁਝ ਕਰਨਾ ਚਾਹੁੰਦੇ ਨੇ, ਬਟ ਮੇਰਾ ਇਹ ਮੰਨਣਾ ਕਿ ਜਿਸ ਦਿਨ ਪੰਜਾਬ ਦੇ ਵਿੱਚ ਭਾਜਪਾ ਦਾ ਮੁੱਖ ਮੰਤਰੀ ਬਣ ਜਾਂਦਾ ਵਾ, ਪੰਜਾਬ ਤਰੱਕੀ ਦੀਆਂ ਉਹ ਲੀਹਾਂ ਛੂਜੇਗਾ ਜਿਹਦੇ ਬਾਰੇ ਅਸੀਂ ਅਜੇ ਤੱਕ ਸੋਚ ਵਿਚਾਰ ਵੀ ਨਹੀਂ ਕਰਦੇ। ਪੰਜਾਬ ਆਰਥਿਕ ਤੌਰ ਤੇ ਹਰ ਪੱਖ ਦੇ ਉੱਤੇ ਪੰਜਾਬ ਮਜ਼ਬੂਤ ਹੋ ਜਾਏਗਾ। ਪੰਜਾਬ ਦੇ ਉੱਤੇ ਜਿੰਨੇ ਵੀ ਬੋਝ ਨੇ, ਜਿੰਨੀਆਂ ਵੀ ਉਲਝਣਾਂ ਨੇ, ਉਹ ਸਾਰੀਆਂ ਖਤਮ ਹੋ ਜਾਣਗੀਆਂ, ਔਰ ਇਹ ਭਾਜਪਾ ਦੇ ਬਿਨਾਂ ਪੋਸੀਬਲ ਨਹੀਂ ਮੈਨੂੰ ਨਜ਼ਰ ਆ ਰਿਹਾ। ਜੀ ਧੰਨਵਾਦ ਜੀ, ਧੰਨਵਾਦ। ਤੁਹਾਡੇ ਨਾਲ ਜੁੜੇ ਔਰ ਆਪਣੇ ਕੀਮਤੀ ਵਿਚਾਰ ਪ੍ਰਗਟ ਕੀਤੇ। ਪਰ ਨਾਲ ਕਿਤੇ ਨਾ ਕਿਤੇ ਲੱਗਦਾ ਕਿ ਹਰ ਸਿਆਸੀ ਪਾਰਟੀ ਆਪਣੇ ਸਮੀਕਰਨ ਬਣਾਉਂਦੀ ਆ, ਜੋੜ ਤੋੜ ਕਰਦੀ ਆ, ਆਪਣੀ ਲੀਡਰਸ਼ਿਪ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਆ, ਸਾਰੇ ਵਰਗਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਆ, ਪਰ ਆਖਰ ਨੂੰ ਜਿਹੜਾ ਫੈਸਲਾ ਉਹ ਲੋਕਾਂ ਨੇ ਕਰਨਾ ਹੁੰਦਾ। ਕੀ ਹੁਣ ਇਹ ਜਿਹੜੇ ਲੀਡਰ ਜਿਨ੍ਹਾਂ ਨੂੰ ਲਿਆਂਦਾ ਜਾ ਰਿਹਾ, ਉਹ ਆਮ ਲੋਕਾਂ ਨੂੰ ਕਿੰਨਾ ਕੁ ਜੋੜ ਕੇ ਆਪੋ ਆਪਣੀਆਂ ਜਿਹੜੀਆਂ ਨੀਤੀਆਂ ਉਹਦੇ ਨਾਲ ਜੋੜ ਪਾਉਂਦੇ ਨੇ, ਕਿੰਨਾ ਕੁ ਲੋਕਾਂ ਦੇ ਮਨ ਵਿੱਚ ਜਚਾ ਪਾਉਂਦੇ ਨੇ ਕਿ ਹਾਂ ਜਿਹੜੀ ਸਾਡੀ ਲੀਡਰਸ਼ਿਪ ਹੈ ਇਹਦੇ ਹੱਥਾਂ ਵਿੱਚ ਪੰਜਾਬ ਜਿਹੜਾ ਸੁਰੱਖਿਅਤ ਆ, ਉਹਨੇ ਹੀ ਫੈਸਲਾ ਕਰਨਾ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਜਿਹੜੀ ਹੈ ਕਿਹਦੀ ਝੰਡੀ ਹੋਣ ਵਾਲੀ ਹੈ। ਤੋਂ ਇੱਥੇ ਆਪਾਂ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।